Oracle ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ, ਜਿਹਦੇ ਬਾਰੇ ਥਿਓਰੈਟੀਕਲੀ ਆਪਾਂ ਡਿਸਕਸ ਕੀਤਾ ਹੈ। ਇਹ ਸਿਸਟਮ ਨੂੰ ਪ੍ਰੈਕਟੀਕਲੀ ਅਗਰ ਅਸੀਂ ਯੂਜ਼ ਕਰਨਾ ਹੋਵੇ RDBMS ਪੈਕੇਜ ਨੂੰ, ਤਾਂ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ। ਅਲੱਗ-ਅਲੱਗ ਪੈਕੇजेस ਅਵੇਲੇਬਲ ਨੇ, ਜਿਨ੍ਹਾਂ 'ਚ SQL ਸਰਵਰ, MySQL ਤੇ Oracle ਇਹਨਾਂ ਦੇ ਵਿੱਚ ਇੱਕ RDBMS ਪੈਕੇਜ ਹੈ, ਜਿਸ ਦੇ ਵਿੱਚ ਅਸੀਂ ਪ੍ਰੈਕਟੀਕਲੀ ਰਿਲੇਸ਼ਨਲ ਸਕੀਮਾਂ ਵਗੈਰਾ, ਸਟਰਕਚਰਸ, ਐਟਰੀਬਿਊਟਸ, ਕੰਸਟ੍ਰੇਂਟਸ ਵਗੈਰਾ ਜੋ ਆਪਾਂ ਡਿਸਕਸ ਕਰ ਚੁੱਕੇ ਹਾਂ ਆਲਰੇਡੀ, ਉਹ ਅਸੀਂ ਇੰਪਲੀਮੈਂਟ ਕਰਦੇ ਹਾਂ, ਡਾਟਾ ਸਟੋਰ ਕਰਦੇ ਹਾਂ ਐਕਚੁਅਲ ਦੇ ਵਿੱਚ, ਉਹਨੂੰ ਮੈਨੇਜ ਕਰਦੇ ਹਾਂ। ਸੋ Oracle ਇੱਕ RDBMS ਪੈਕੇਜ ਹੈ। ਇਸ ਦੀ ਮਦਦ ਦੇ ਨਾਲ ਅਸੀਂ ਡਾਟਾਬੇਸ ਯੂਜ਼ ਕਰਦੇ ਹਾਂ, ਬਣਾਉਂਦੇ ਹਾਂ, ਡਾਟਾ ਸਟੋਰ ਕਰਦੇ ਹਾਂ, ਮੈਨੇਜ ਕਰਦੇ ਹਾਂ, ਕੰਟਰੋਲ ਕਰਦੇ ਹਾਂ। Introduction to Oracle. Oracle is a fourth generation relational database management system फोर्थ जनरेशन, फर्स्ट जनरेशन, सैकंड जनरेशन, थर्ड जनरेशन इदां बनी जाते होंदे ने। फोर्थ जनरेशन इस करके कहा गया है। ਇਹਦੇ ਵਿੱਚ GUI ਫਾਰਮਸ ਵਗੈਰਾ ਜਾਂ ਰਿਪੋਰਟਸ ਵਗੈਰਾ ਬਣਾਉਣ ਦੇ ਲਈ ਐਡੀਸ਼ਨਲ ਪੈਕੇजेस ਅਵੇਲੇਬਲ ਨੇ, ਜਿਹਨੂੰ ਡਿਵੈਲਪਰ ਕਹਿੰਦੇ ਹਾਂ ਅਸੀਂ। ਤੋ ਜਿਵੇਂ ਅਸੀਂ ਕਹਿੰਦੇ ਹਾਂ ਕਿ ਕੰਪਿਊਟਰਸ ਦੀਆਂ ਜਨਰੇਸ਼ਨਸ ਨੇ, ਉਸੇ ਤਰ੍ਹਾਂ ਨਾਲ ਜਿਹੜੇ RDBMS ਨੇ, ਇਹਨਾਂ ਦੀਆਂ ਵੀ ਜਨਰੇਸ਼ਨਸ ਆਈਆਂ ਨੇ, ਹੌਲੀ ਹੌਲੀ ਇੰਪਰੂਵਮੈਂਟ ਹੁੰਦੀ ਗਈ, ਤੇ ਫੋਰਥ ਜਨਰੇਸ਼ਨ ਇਹਨੂੰ ਮੰਨਿਆ ਜਾਂਦਾ ਹੈ। In general, a RDBMS, a relational database management system, must be able to reliably manage a large amount of data in a multi-user environment so that many users can concurrently access the same data. RDBMS ਦਾ ਮੇਨ ਮਕਸਦ ਇਹੀ ਹੁੰਦਾ ਹੈ ਕਿ RDBMS ਸਾਨੂੰ ਰਿਲਾਇਬਲੀ ਹਿਊਜ ਅਮਾਊਂਟ ਆਫ ਡਾਟਾ ਮੈਨੇਜ ਕਰਨ ਦੇ ਵਿੱਚ ਮਦਦ ਕਰਦਾ ਹੈ, ਤੇ ਉਹ ਮਲਟੀ ਯੂਜ਼ਰ ਇਨਵਾਇਰਨਮੈਂਟ ਦੇ ਵਿੱਚ ਕੰਮ ਕਰਦਾ, ਜਿੱਥੇ ਇੱਕ ਤੋਂ ਜ਼ਿਆਦਾ ਯੂਜ਼ਰਸ ਇੱਕੋ ਟਾਈਮ ਦੇ ਉੱਤੇ ਡਾਟੇ ਨੂੰ ਐਕਸੈਸ ਕਰ ਸਕਦੇ ਨੇ। All this must be accomplished while delivering high performance to the users of the database. Thousands of users ਹੋਣ ਦੇ ਬਾਵਜੂਦ ਵੀ ਉਹਦੀ ਪਰਫਾਰਮੈਂਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। ਇੱਕ ਸਰਵਰ ਦੇ ਉੱਤੇ Oracle ਇੰਸਟਾਲ ਕਰਾਂਗੇ, ਬਾਕੀ ਉਹਦੇ ਨਾਲ ਕਨੈਕਟਡ ਹੋਣਗੇ ਕਲਾਇੰਟ, ਉਹ ਥਾਊਜ਼ੈਂਡਸ ਕੀ ਲੈਕਸ ਵੀ ਹੋ ਸਕਦੇ। ਉਸੇ ਤਰੀਕੇ ਦਾ ਸਰਵਰ ਵੀ ਹੋਏਗਾ ਪਾਵਰਫੁਲ। ਤੋ ਉਹਦਾ ਇਹ ਹੁੰਦਾ ਹੈ ਕਿ ਇਸ ਤਰ੍ਹਾਂ ਲੱਗੇ ਕਿ ਯੂਜ਼ਰ ਇਕੱਲਾ ਹੀ ਕੰਮ ਕਰ ਰਿਹਾ, ਉਸੇ ਸਪੀਡ ਤੇ ਕੰਮ ਹੋਵੇਗਾ। ਐਨ RDBMS ਮਸਟ ਆਲਸੋ ਬੀ ਸਿਕਿਉਰ। ਸਿਕਿਉਰਿਟੀ ਤਾਂ ਪ੍ਰੋਵਾਈਡ ਕਰਨੀ ਹੋਈ ਹੈ, ਕਿਉਂਕਿ ਡਾਟਾ ਬਹੁਤ ਇੰਪੋਰਟੈਂਟ ਹੋਏਗਾ। from unauthorized access and provide efficient solutions for failure recovery. Efficient solutions provide ਕਰੇਗਾ। ਜੇ ਫੇਲਰ ਰਿਕਵਰੀ ਆਪਾਂ ਪੜ੍ਹੀ ਹੈ ਇਹ, ਕਿ ਜਦੋਂ ਡਾਟਾ ਸਾਡਾ ਕਿਸੇ ਤਰ੍ਹਾਂ ਨਾਲ ਕਰਪਟ ਹੋ ਜਾਂਦਾ ਹੈ ਜਾਂ ਫੇਲ ਹੋ ਜਾਂਦੀ ਹੈ ਟ੍ਰਾਂਜੈਕਸ਼ਨ, ਤਾਂ ਉਸ ਨੂੰ ਅਸੀਂ ਕਿਵੇਂ ਰਿਕਵਰ ਕਰਦੇ ਹਾਂ। ਬੇਸਿਕਲੀ ਟ੍ਰਾਂਜੈਕਸ਼ਨ ਦੇ ਨਾਲ ਰਿਲੇਟਡ ਹੈ। ਟ੍ਰਾਂਜੈਕਸ਼ਨ ਦਾ ਫੇਲ ਹੋ ਜਾਣਾ ਕਿਸੇ ਐਰਰ ਕਰਕੇ, ਕਿਸੇ ਤਰ੍ਹਾਂ ਦੀ ਫਿਜ਼ੀਕਲ ਹਾਰਡ ਡਿਸਕ ਦੀ ਪ੍ਰੋਬਲਮ ਵਗੈਰਾ ਹੋਵੇ, ਤਾਂ ਫਿਰ ਉਹ ਬੈਕਅਪ ਤੋਂ ਚੱਕਿਆ ਜਾਂਦਾ। ਆਪਾਂ ਉਹ ਸਾਰਾ ਡਿਸਕਸ ਕਰ ਚੁੱਕੇ। ਤੋ ਸਾਰਾ ਇਸ Oracle ਜੋ ਪੈਕੇਜ ਹੈ, Oracle ਜਿਹੜਾ RDBMS ਹੈ, ਉਹ ਸਾਨੂੰ ਇਹ ਸਾਰੀਆਂ ਚੀਜ਼ਾਂ ਪ੍ਰੈਕਟੀਕਲੀ ਪ੍ਰੋਵਾਈਡ ਕਰਦਾ। Oracle server provides efficient and effective solutions for the major database features। ਜਿਹੜੇ ਸਾਨੂੰ ਫੀਚਰ ਚਾਹੀਦੇ ਨੇ ਉਹ ਇਹ ਪ੍ਰੋਵਾਈਡ ਕਰਦਾ।
Oracle consists of many tools that allow you to create an application with ease and flexibility. ਬਹੁਤ ਸਾਰੇ ਟੂਲਸ ਅਵੇਲੇਬਲ ਨੇ ਜਿਨ੍ਹਾਂ ਦੀ ਮਦਦ ਦੇ ਨਾਲ ਡਾਟਾਬੇਸ ਕ੍ਰੀਏਟ ਕਰ ਸਕਦੇ ਹਾਂ, ਮੈਨੇਜ ਕਰ ਸਕਦੇ ਹਾਂ, ਚੇਂਜਸ ਕਰ ਸਕਦੇ ਹਾਂ, ਡਿਲੀਟ ਕਰ ਸਕਦੇ ਹਾਂ, ਟੇਬਲਸ ਵਗੈਰਾ ਨੂੰ, ਰਿਕਾਰਡਸ ਵਗੈਰਾ ਨੂੰ ਬੈਕਅਪ ਲੈ ਸਕਦੇ ਹਾਂ, ਰੀਸਟੋਰ ਕਰ ਸਕਦੇ ਹਾਂ। ਹੋਰ ਵੀ ਬਹੁਤ ਕੁਝ ਹੈ। ਪਰਫਾਰਮੈਂਸ ਇੰਪਰੂਵਮੈਂਟ ਦੇ ਲਈ ਟੂਲ ਹੁੰਦੇ ਨੇ, ਉਹ ਵੀ ਯੂਜ਼ ਕਰ ਸਕਦੇ ਹਾਂ। ਯੂ ਮਸਟ ਡਿਟਰਮਿਨ how to implement your requirements using the features available in Oracle along with its tools. ਟੂਲਸ ਅਵੇਲੇਬਲ ਨੇ ਪਰ ਉਹਨਾਂ ਨੂੰ ਅਸੀਂ ਯੂਜ਼ ਕਰਾਂਗੇ ਅਕੋਰਡਿੰਗ ਟੂ ਦਾ ਰਿਕੁਆਇਰਮੈਂਟਸ, ਤਾਂ ਜੋ ਅਸੀਂ ਉਸਦੇ ਅਕੋਰਡਿੰਗਲੀ ਆਪਣਾ ਡਾਟਾਬੇਸ ਬਣਾ ਸਕੀਏ ਤੇ ਉਹਨੂੰ ਮੈਨੇਜ ਕਰ ਸਕੀਏ। The features and tools that you choose to use to implement your application can significantly affect the performance of your application. ਤੁਸੀਂ ਇਹਨਾਂ ਟੂਲਸ ਨੂੰ ਕਿਵੇਂ ਯੂਜ਼ ਕਰਦੇ ਹੋ, ਉਹ ਐਪਲੀਕੇਸ਼ਨ ਨੂੰ ਇੰਪਲੀਮੈਂਟ ਕਰਨ ਦੇ ਲਈ ਜਾਂ ਉਸਨੂੰ ਜਿਹੜੀ ਤੁਸੀਂ ਡਾਟਾਬੇਸ ਐਪਲੀਕੇਸ਼ਨ ਬਣਾਓਗੇ ਜਾਂ ਬਣਾਉਣੀ ਚਾਹੁੰਦੇ ਹੋ ਉਹਦੇ ਲਈ ਤੁਸੀਂ ਕਿਵੇਂ ਯੂਜ਼ ਕਰੋਗੇ ਇਹਨਾਂ ਟੂਲਸ ਨੂੰ, ਉਹਨਾਂ ਤੇ ਡਿਪੈਂਡ ਕਰੇਗੀ ਕਿ ਉਹ ਐਪਲੀਕੇਸ਼ਨ ਕਿੱਦਾਂ ਦੀ ਪਰਫਾਰਮੈਂਸ ਦਿੰਦੀ ਹੈ। ਕਿਉਂਕਿ ਡਾਟਾਬੇਸ ਐਡਮਿਨਿਸਟ੍ਰੇਟਰ ਜਿਵੇਂ ਇੱਕ ਰੋਲ ਹੁੰਦਾ ਹੈ ਜਿਹਨੇ ਇਹ ਸਾਰਾ ਕੁਝ ਮੈਨੇਜ ਕਰਨਾ ਹੁੰਦਾ, ਟੂਲਸ ਸਿਰਫ ਟੂਲਸ ਨੇ, ਉਹਨਾਂ ਨੂੰ ਯੂਜ਼ ਕਿਵੇਂ ਕਰਨਾ ਉਹ ਡਾਟਾਬੇਸ ਐਡਮਿਨਿਸਟ੍ਰੇਟਰ ਨੇ ਐਕਸਪੀਰੀਅੰਸ ਲੈਣਾ ਹੁੰਦਾ ਇਸ ਚੀਜ਼, ਉਹਦੇ ਅਕੋਰਡਿੰਗਲੀ ਉਹਦੀ ਪਰਫਾਰਮੈਂਸ ਹੋਏਗੀ, ਉਹਦੇ ਅਕੋਰਡਿੰਗਲੀ ਉਹਦੀ ਅੱਗੇ ਜੋ ਆਪਾਂ ਉਹਦੇ ਫੀਚਰਸ ਨੂੰ ਯੂਜ਼ ਕਰ ਸਕਾਂਗੇ। Oracle ਕਲਾਇੰਟ ਸਰਵਰ ਆਰਕੀਟੈਕਚਰ, ਕਿਉਂਕਿ Oracle ਕਲਾਇੰਟ ਸਰਵਰ ਆਰਕੀਟੈਕਚਰ ਤੇ ਕੰਮ ਕਰਦੀ ਹੈ, ਇਸ ਕਰਕੇ ਇਹਦੇ ਵਿੱਚ ਇੱਕ ਸਰਵਰ ਹੋਏਗਾ, ਡਾਟਾਬੇਸ ਸਰਵਰ ਜਿਸ ਨੂੰ ਅਸੀਂ ਕਹਾਂਗੇ, ਜਿਸ ਦੇ ਉੱਤੇ ਅਸੀਂ Oracle ਇੰਸਟਾਲ ਕੀਤੀ ਹੋਏਗੀ। ਨੈਟਵਰਕ ਦੇ ਥਰੂ, ਨੈਟਵਰਕ ਲੋਕਲ ਵੀ ਹੋ ਸਕਦਾ ਹੈ, ਇੰਟਰਨੈਟ ਵੀ ਹੋ ਸਕਦਾ ਹੈ। ਕਲਾਇੰਟ ਜਿਹੜੇ ਨੇ ਇੱਕ ਤੋਂ ਜ਼ਿਆਦਾ, ਮਤਲਬ 2 4 10 15 ਜਿੰਨੇ ਵੀ ਨੇ, ਉਹ ਨੈਟਵਰਕ ਦੇ ਥਰੂ ਸਰਵਰ ਦੇ ਨਾਲ ਕਨੈਕਟਡ ਰਹਿਣਗੇ। ਡਾਟਾਬੇਸ ਸਰਵਰ ਜਿਹੜਾ ਹੁੰਦਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਇੱਕੋ ਹੀ ਕੰਪਿਊਟਰ ਹੋਵੇ, ਕਈ ਵਾਰ 2 3 ਕੰਪਿਊਟਰ ਇਕੱਠੇ ਕਰ ਲਏ ਜਾਂਦੇ ਨੇ ਪਰਫਾਰਮੈਂਸ ਇੰਪਰੂਵਮੈਂਟ ਦੇ ਲਈ। ਆਹ ਦੇਖੋ ਇੱਥੇ ਡਾਟਾ ਪਿਆ, ਉਹ ਡਾਟਾ ਇੱਥੋਂ ਰੀਡ ਕੀਤਾ ਜਾ ਰਿਹਾ ਹੈ, ਕਲਾਇੰਟਸ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ। In Oracle client server architecture, the database application and the database are separated into two parts. ਦੋ ਪਾਰਟਸ ਦੇ ਵਿੱਚ ਹੋਏਗਾ। ਜੋ ਵੀ ਅਸੀਂ ਡਾਟਾਬੇਸ ਜਿਹੜਾ ਆਪਾਂ ਬਣਾਵਾਂਗੇ ਕਲਾਇੰਟ ਸਰਵਰ ਆਰਕੀਟੈਕਚਰ, ਉਹਦੇ ਵਿੱਚ ਡਾਟਾਬੇਸ ਸਰਵਰ ਇੱਕ ਅਲੱਗ ਚੀਜ਼ ਹੈ ਤੇ ਕਲਾਇੰਟ ਜਿਹੜਾ ਹੈ ਉਹ ਇੱਕ ਅਲੱਗ ਚੀਜ਼ ਹੈ, ਅਲੱਗ ਕੰਪਿਊਟਰ ਹੈ। ਇਹ ਫਰੰਟ ਐਂਡ ਔਰ ਕਲਾਇੰਟ ਜਿਸ ਨੂੰ ਅਸੀਂ ਕਹਾਂਗੇ, ਕਲਾਇੰਟ ਦਾ ਮਤਲਬ ਹੋ ਗਿਆ ਕਿ ਅਸੀਂ ਜਿੱਥੋਂ ਡਾਟਾਬੇਸ ਨੂੰ ਯੂਜ਼ ਕਰਨਾ, ਜਿਹਨੂੰ ਯੂਜ਼ਰਸ ਨੇ ਯੂਜ਼ ਕਰਨਾ। ਐਂਡ ਬੈਕ ਐਂਡ ਔਰ ਸਰਵਰ ਪੋਰਸ਼ਨ, ਬੈਕ ਐਂਡ ਇਸ ਕਰਕੇ ਕਹਿੰਦੇ ਆ ਕਿਉਂਕਿ ਯੂਜ਼ਰਸ ਨੂੰ ਸਰਵਰ ਨਹੀਂ ਦਿਖਦਾ ਹੁੰਦਾ, ਸਰਵਰ ਕਿੱਥੇ ਪਿਆ। ਕਲਾਇੰਟ ਜਿਹੜੇ ਨੇ ਉਹ ਸਰਵਰ ਨਾਲ ਕਨੈਕਟ ਹੁੰਦੇ ਨੇ, ਡਾਟਾਬੇਸ ਯੂਜ਼ ਕਰਦੇ ਨੇ, ਡਾਟਾਬੇਸ ਆ ਜਿਹੜਾ ਉਹ ਸਰਵਰ ਤੇ ਪਿਆ, ਬੈਕ ਐਂਡ ਹੈ। ਫਰੰਟ ਐਂਡ ਦੇ ਉੱਤੇ ਇੱਕ ਐਪਲੀਕੇਸ਼ਨ ਹੈ, ਇੱਕ ਸੌਫਟਵੇਅਰ ਹੈ ਜਿਸ ਦੇ ਥਰੂ ਅਸੀਂ ਉਸਨੂੰ ਯੂਜ਼ ਕਰਦੇ ਹਾਂ। ਜਿਵੇਂ ਏਟੀਐਮ ਮਸ਼ੀਨ ਤੇ ਜਾਈਏ ਤਾਂ ਜਿਹੜਾ ਵੀ ਰਿਕਾਰਡ ਨੇ ਉਹ ਏਟੀਐਮ ਮਸ਼ੀਨ 'ਚ ਨਹੀਂ ਹੈਗੇ, ਉਹ ਸਰਵਰ ਤੇ ਨੇ। ਏਟੀਐਮ ਮਸ਼ੀਨ ਇੱਕ ਕਲਾਇੰਟ ਹੈ, ਉਹਦੇ ਤੇ ਇੱਕ ਇੰਟਰਫੇਸ ਹੈ ਜਿੱਥੋਂ ਅਸੀਂ ਅਲੱਗ-ਅਲੱਗ ਆਪਸ਼ਨਸ ਪ੍ਰੈਸ ਕਰਕੇ ਆਪਦੇ ਪੈਸੇ ਵਿਦਡਰਾਅ ਕਰ ਸਕਦੇ ਹਾਂ। ਪਰ ਬੈਕ ਐਂਡ ਦੇ ਉੱਤੇ ਸਰਵਰ ਹੈ ਜਿਹੜਾ ਕਿ ਕਿਤੇ ਦੂਰ ਪਿਆ, ਕਿਸੇ ਹੋਰ ਸਿਟੀ ਦੇ ਵਿੱਚ, ਜਿੱਥੋਂ ਸਾਰਾ ਡਾਟਾ ਪ੍ਰੋਸੈਸ ਹੋ ਰਿਹਾ। ਦ ਕਲਾਇੰਟ ਐਗਜ਼ੀਕਿਊਟਸ ਦਾ ਡਾਟਾਬੇਸ ਐਪਲੀਕੇਸ਼ਨ, ਕਲਾਇੰਟ ਦੇ ਉੱਤੇ ਐਪਲੀਕੇਸ਼ਨ ਚੱਲੇਗੀ, ਜਿਵੇਂ ਮੈਂ ਏਟੀਐਮ ਮਸ਼ੀਨ ਦੀ ਗੱਲ ਕੀਤੀ। that accesses database information and interacts with the user through the keyboard, screen and pointing device such as mouse. ਇਹ 3 4 ਚੀਜ਼ਾਂ ਜਿਹੜੀਆਂ ਹਰੇਕ ਕੰਪਿਊਟਰ ਤੇ ਹਰੇਕ ਕਲਾਇੰਟ ਤੇ ਲੱਗੀਆਂ ਹੁੰਦੀਆਂ ਨੇ। The server executes the Oracle software, ਸਰਵਰ ਤੇ Oracle software ਹੋਏਗਾ, and handles the functions required for concurrent shared data access to the Oracle database. ਸਰਵਰ ਦੇ ਉੱਤੇ Oracle software ਹੋਏਗਾ ਜੋ Oracle ਦੇ ਫੰਕਸ਼ਨਸ ਨੂੰ ਹੈਂਡਲ ਕਰੇਗਾ, ਕਨਕਰੈਂਸੀ ਪ੍ਰੋਵਾਈਡ ਕਰੇਗਾ, ਡਾਟਾ ਸ਼ੇਅਰਿੰਗ ਪ੍ਰੋਵਾਈਡ ਕਰੇਗਾ, ਮਲਟੀਪਲ ਯੂਜ਼ਰਸ ਨੂੰ ਐਕਸੈਸ ਪ੍ਰੋਵਾਈਡ ਕਰੇਗਾ। In networked environments, client applications submit data requests to the server using SQL statements. SQL statements ਆਪਾਂ ਪੜ੍ਹਨੀਆਂ ਨੇ, ਅਗਲੀਆਂ ਸਲਾਈਡਸ ਤੇ ਆਉਣਗੀਆਂ। ਇਹਨਾਂ ਦੀ ਮਦਦ ਦੇ ਨਾਲ ਰਿਕੁਐਸਟ ਭੇਜੀ ਜਾਂਦੀ ਹੈ ਸਰਵਰ ਨੂੰ, ਮਤਲਬ ਇੱਕ ਤਰ੍ਹਾਂ ਦੀਆਂ ਕਮਾਂਡਸ ਨੇ। ਅਸੀਂ ਕਮਾਂਡਸ ਲਿਖਦੇ ਹਾਂ, ਉਹ ਸਰਵਰ ਕੋਲ ਜਾਂਦੀ ਹੈ,
ਸਰਵਰ ਤੋਂ ਉਸ ਕਮਾਂਡ ਦੇ ਮੁਤਾਬਕ ਡਾਟਾ ਜਿਹੜਾ ਹੁੰਦਾ ਹੈ ਉਹ ਵਾਪਸ ਕਲਾਇੰਟ ਨੂੰ ਭੇਜਿਆ ਜਾਂਦਾ। Once received, the SQL statement is processed by the server and the results are returned to the client application. ਸਰਵਰ ਉਸ ਰਿਕੁਐਸਟ ਨੂੰ, ਉਸ SQL ਸਟੇਟਮੈਂਟ ਨੂੰ ਪ੍ਰੋਸੈਸ ਕਰਦਾ ਹੈ ਤੇ ਜਿਹੜਾ ਵੀ ਡਾਟਾ ਡਿਮਾਂਡ ਕੀਤਾ ਗਿਆ ਹੁੰਦਾ ਹੈ ਉਹ ਕਲਾਇੰਟ ਨੂੰ ਭੇਜ ਦਿੱਤਾ ਜਾਂਦਾ। ਨੈਟਵਰਕ traffic is kept to minimum because only requests and results are shipped over the network. ਨੈਟਵਰਕ ਟ੍ਰੈਫਿਕ ਦਾ ਮਤਲਬ ਹੈ ਨੈਟਵਰਕ ਦੇ ਉੱਤੇ ਡਾਟਾ ਕਿੰਨਾ ਜਾ ਰਿਹਾ, ਜ਼ਿਆਦਾ ਅਮਾਊਂਟ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਨੈਟਵਰਕ ਫਿਰ ਬਿਜ਼ੀ ਬਹੁਤ ਹੋ ਜਾਏਗਾ, ਸਲੋ ਹੋ ਜਾਏਗਾ। ਇਸ ਕਰਕੇ ਨੈਟਵਰਕ ਟ੍ਰੈਫਿਕ ਨੂੰ ਘੱਟ ਤੋਂ ਘੱਟ ਰੱਖਿਆ ਗਿਆ ਤੇ ਸਿਰਫ ਜਿਹੜੇ ਰਿਕੁਐਸਟ ਜਾਂਦੀ ਹੈ, ਕਮਾਂਡ ਜਾਂਦੀ ਹੈ ਐਂਡ ਜਿਹੜੇ ਰਿਜ਼ਲਟ ਨੇ ਡਾਟਾ ਦੇ ਸਿਰਫ ਉਹ ਵਾਪਸ ਆਉਂਦੇ ਨੇ ਕਲਾਇੰਟ ਵੱਲ। ਗੈਟਿੰਗ ਸਟਾਰਟਡ। ਇੰਟਰੋਡਕਸ਼ਨ ਟੂ SQL ਐਂਡ SQL Star Plus। ਇਹ ਇੱਕ ਸੌਫਟਵੇਅਰ ਹੈ ਕਲਾਇੰਟ ਸਾਈਡ ਦੇ ਉੱਤੇ ਜੋ ਆਪਾਂ ਇੰਟਰਫੇਸ ਯੂਜ਼ ਕਰਾਂਗੇ, ਜਿੱਥੋਂ ਅਸੀਂ SQL ਸਟੇਟਮੈਂਟਸ ਲਿਖਾਂਗੇ ਤੇ ਉਹ ਸਰਵਰ ਤੇ ਜਾਣਗੀਆਂ। SQL ਹੁੰਦਾ ਕੀ ਹੈ? ਸਟਰਕਚਰਡ ਕੁਐਰੀ ਲੈਂਗੁਏਜ। ਸਟਰਕਚਰਡ ਕੁਐਰੀ ਲੈਂਗੁਏਜ ਇੱਕ ਲੈਂਗੁਏਜ ਹੈ, ਜਿਵੇਂ ਪ੍ਰੋਗਰਾਮਿੰਗ ਲੈਂਗੁਏਜਸ ਹੁੰਦੀਆਂ ਨੇ ਉਸੇ ਤਰ੍ਹਾਂ ਨਾਲ। ਇਟ ਇਜ਼ ਅ ਲੈਂਗੁਏਜ ਦੈਟ ਪ੍ਰੋਵਾਈਡਸ ਐਨ ਇੰਟਰਫੇਸ to the relational database systems। RDBMS ਦੇ ਨਾਲ ਕਮਿਊਨੀਕੇਟ ਕਰਨ ਦੇ ਲਈ ਇਹ ਲੈਂਗੁਏਜ ਪ੍ਰੋਵਾਈਡ ਕੀਤੀ ਗਈ ਹੈ। SQL was developed by IBM ਮਾਈਕਰੋਸਾਫਟ ਦੀ ਤਰ੍ਹਾਂ ਇੱਕ ਅਲੱਗ ਕੰਪਨੀ ਹੈ। ਇੰਟਰਨੈਸ਼ਨਲ ਬਿਜ਼ਨਸ ਮਸ਼ੀਨਸ ਇਹਨਾਂ ਨੇ ਬਣਾਈ ਸੀ, ਇਹ ਡਿਵੈਲਪ ਕੀਤੀ ਸੀ in 1970s and now ISO and ANSI standard। ਇਹਨੂੰ ਵਰਲਡ ਵਾਈਡ ਸਟੈਂਡਰਡ ਪ੍ਰੋਵਾਈਡ ਕਰ ਦਿੱਤਾ ਗਿਆ। ISO ਆਰਗੇਨਾਈਜੇਸ਼ਨਸ ਨੇ ISO ਐਂਡ ANSI ਇਹਨਾਂ ਨੇ ਇਹਨੂੰ ਵਰਲਡ ਵਾਈਡ ਸਟੈਂਡਰਡ ਪ੍ਰੋਵਾਈਡ ਕੀਤਾ। ਪਰ ਇਹ ਮਤਲਬ ਇੱਕ ਗਲੋਬਲ ਲੈਂਗੁਏਜ ਦੇ ਤੌਰ ਤੇ ਫਿਕਸ ਹੋ ਗਈ ਹੈ ਅਤੇ ਸਾਰੇ ਜਿਹੜੇ RDBMS ਪੈਕੇਜਸ ਨੇ ਉਹ ਇਹਨੂੰ ਯੂਜ਼ ਕਰਦੇ ਨੇ ਸਰਵਰ ਨਾਲ ਕਮਿਊਨੀਕੇਟ ਕਰਨ ਲਈ, ਡਾਟਾਬੇਸ ਨੂੰ ਯੂਜ਼ ਕਰਨ ਦੇ ਲਈ, ਐਕਸੈਸ ਕਰਨ ਦੇ ਲਈ। SQL ਇਜ਼ ਏ ਕਮਾਂਡ ਲੈਂਗੁਏਜ। ਕਮਾਂਡ ਲੈਂਗੁਏਜ ਹੈ, ਕਮਾਂਡ ਦੀ ਤਰ੍ਹਾਂ ਯੂਜ਼ ਹੁੰਦੀ ਹੈ ਫॉर ਕਮਿਊਨੀਕੇਸ਼ਨ ਵਿਦ ਦ Oracle ਸਰਵਰ ਫਰੋਮ ਐਨੀ ਟੂਲ ਔਰ ਐਪਲੀਕੇਸ਼ਨ। ਚਾਹੇ ਅਸੀਂ ਪ੍ਰੋਗਰਾਮਿੰਗ ਦੇ ਥਰੂ ਡਾਟਾ ਐਕਸੈਸ ਕਰਨਾ ਹੋਵੇ, ਚਾਹੇ ਅਸੀਂ ਡਾਇਰੈਕਟ ਡਾਟਾ ਐਕਸੈਸ ਕਰਨਾ ਹੋਵੇ, ਅਸੀਂ SQL ਯੂਜ਼ ਕਰਦੇ ਹਾਂ। ਇਟ ਇਜ਼ ਏ ਨਾਨ ਪ੍ਰੋਸੀਜਰਲ ਲੈਂਗੁਏਜ, ਮਤਲਬ ਇਹ ਉਵੇਂ ਫੰਕਸ਼ਨਸ ਨਹੀਂ ਬਣਦੇ, ਫੰਕਸ਼ਨਸ ਦੀ ਤਰ੍ਹਾਂ ਨਹੀਂ ਹੈ। ਇਹ ਸਿੰਗਲ ਲਾਈਨ ਲਿਖੀ ਉਹ ਲਾਈਨ ਚੱਲ ਜਾਏਗੀ, ਮਤਲਬ ਕਮਾਂਡ ਬੇਸਡ ਹੈ। ਰੂਲਸ ਫॉर SQL। ਪਹਿਲੀ ਗੱਲ ਤਾਂ SQL ਸਟਾਰਟਸ ਵਿਦ ਦਾ ਵਰਬ ਕਾਲਡ SQL ਐਕਸ਼ਨ ਵਰਡ। ਜਿਵੇਂ ਸਿਲੈਕਟ, ਜਦੋਂ ਅਸੀਂ ਰਿਕਾਰਡ ਦੇਖਣੇ ਹੁੰਦੇ ਨੇ ਤਾਂ ਅਸੀਂ ਸਿਲੈਕਟ ਵਰਡ ਯੂਜ਼ ਕਰਦੇ ਹਾਂ। ਜਦੋਂ ਇਨਸਰਟ ਕਰਨੇ ਹੁੰਦੇ ਨੇ ਤਾਂ ਇਨਸਰਟ, ਡਿਲੀਟ, ਅਪਡੇਟ, ਇਹ ਕੁਝ ਐਕਸ਼ਨ ਵਰਡਸ ਨੇ ਜਿਹੜੇ ਜਦੋਂ ਵੀ ਸਟੇਟਮੈਂਟ ਸਟਾਰਟ ਹੋਏਗੀ ਤਾਂ ਪਹਿਲਾ ਵਰਡ ਕੋਈ ਐਕਸ਼ਨ ਵਰਡ ਹੋਏਗਾ। ਈਚ SQL ਐਕਸ਼ਨ ਵਰਡ ਇਜ਼ ਫਾਲੋਡ ਬਾਈ ਕਲੌਜ਼ਸ। ਉਸ ਤੋਂ ਬਾਅਦ ਕਲੌਜ਼ ਆ ਜਾਂਦੇ ਨੇ ਡਿਪੈਂਡਿੰਗ ਅਪੋਨ ਕਿ ਕਿੱਦਾਂ ਦੀ ਸਟੇਟਮੈਂਟ ਹੈ। ਫਰੋਮ ਕਲੌਜ਼ ਹੈ, ਵੇਅਰ ਕਲੌਜ਼ ਹੈ, ਹੈਵਿੰਗ ਕਲੌਜ਼ ਹੈ। ਇਹ ਸਟੇਟਮੈਂਟ ਦੇ ਨਾਲ ਅੱਗੇ ਲੱਗਣਗੇ ਉਸੇ ਲਾਈਨ ਦੇ ਵਿੱਚ। ਇਹਨਾਂ ਦਾ ਮਕਸਦ ਹੁੰਦਾ ਹੈ ਐਡੀਸ਼ਨਲ ਕੰਡੀਸ਼ਨਸ ਵਗੈਰਾ ਦੇਣੀਆਂ ਜਾਂ ਐਡੀਸ਼ਨਲ ਇਨਫੋਰਮੇਸ਼ਨ ਦੇਣੀ ਜਿਹਦੇ ਮੁਤਾਬਕ ਉਹ ਜਿਹੜਾ ਐਕਸ਼ਨ ਵਰਡ ਹੈ ਉਹ ਕੰਮ ਕਰੇਗਾ। ਕੌਮਾ ਸੈਪਰੇਟਰ ਪੈਰਾਮੀਟਰਸ ਨੂੰ ਸੈਪਰੇਟ ਕਰਨ ਦੇ ਲਈ ਕਲੌਜ਼ ਦੇ ਵਿੱਚ ਜੇ 2-3 ਮੰਨ ਲਓ ਕਾਲਮ ਦੇਣੇ ਨੇ, ਉਹਨਾਂ ਕਾਲਮਸ ਦੇ ਨਾਮ ਦੇ ਵਿੱਚ ਕੌਮਾ ਸੈਪਰੇਟਰ ਦੇ ਤੌਰ ਤੇ ਵਰਤਿਆ ਜਾਏਗਾ। ਸੈਮੀ ਕਾਲਨ ਐਂਡ ਦੇ ਉੱਤੇ ਲੱਗੇਗਾ, ਜਦੋਂ ਸਟੇਟਮੈਂਟ ਖਤਮ ਹੋਏਗੀ ਆਪਾਂ ਸੈਮੀ ਕਾਲਨ ਲਾਵਾਂਗੇ, ਉਸ ਤੋਂ ਬਾਅਦ ਐਂਟਰ ਪ੍ਰੈਸ ਕਰਾਂਗੇ। ਸਟੇਟਮੈਂਟਸ ਮੇ ਸਪਲਿਟ ਅਕ੍ਰੋਸ ਲਾਈਨਸ। ਕਈ ਵਾਰ ਸਟੇਟਮੈਂਟ ਵੱਡੀ ਹੁੰਦੀ ਹੈ ਤਾਂ ਉਹ 1 2 3 4 5 ਲਾਈਨਾਂ ਦੇ ਵਿੱਚ ਵੀ ਸਪਲਿਟ ਕਰਕੇ ਲਿਖੀ ਜਾ ਸਕਦੀ ਹੈ। ਅੰਟਿਲ ਕਿ ਅਸੀਂ ਸੈਮੀ ਕਾਲਨ ਨਹੀਂ ਲਾਉਂਦੇ ਉਸ ਨੂੰ ਇੱਕ ਹੀ ਮੰਨਿਆ ਜਾਏਗਾ। SQL Star Plus is an Oracle tool that recognizes and submits SQL statements to the Oracle server for execution। ਇਹ ਉਹ ਸੌਫਟਵੇਅਰ ਹੈ, ਇੱਕ ਟੂਲ ਹੈ, ਇੱਕ ਇੰਟਰਫੇਸ ਹੈ ਜਿਸ ਦੇ ਵਿੱਚ ਅਸੀਂ SQL ਸਟੇਟਮੈਂਟਸ ਲਿਖਦੇ ਹਾਂ ਤੇ ਸਰਵਰ ਨੂੰ ਸੈਂਡ ਕਰਦੇ ਹਾਂ ਤਾਂ ਜੋ ਸਰਵਰ ਉਹਨਾਂ ਨੂੰ ਐਕਸੈਪਟ ਕਰਕੇ ਪ੍ਰੋਸੈਸ ਕਰ ਸਕੇ ਤੇ ਰਿਜ਼ਲਟ ਵਾਪਸ ਭੇਜ ਸਕੇ। Oracle ਦੀਆਂ ਕੁਝ ਡਾਟਾ ਟਾਈਪਸ ਨੇ। Oracle ਡਾਟਾ ਟਾਈਪਸ
ਔਰੇਕਲ 'ਚ ਟੇਬਲ ਬਣਨਗੇ, ਟੇਬਲ 'ਚ ਕਾਲਮ ਹੋਣਗੇ, ਉਹਨਾਂ ਕਾਲਮਸ ਦੀਆਂ ਡਾਟਾ ਟਾਈਪਸ ਹੋਣਗੀਆਂ। A table is database object that holds user data. Table मतलब table, rows and columns. The table consists of columns. ਉਹ 'ਚ ਪਹਿਲਾਂ ਕਾਲਮ ਦੱਸਣੇ ਪੈਣਗੇ ਕਿ ਟੇਬਲ 'ਚ ਕਿਹੜੇ ਕਿਹੜੇ ਕਾਲਮ ਬਣਾਉਣੇ ਨੇ। ਈਚ ਕਾਲਮ ਹੈਜ਼ a specific data type. ਉਹਦੀ ਇੱਕ ਡਾਟਾ ਟਾਈਪ ਹੋਏਗੀ। Oracle ensures that only data which is identical to the data type of the column will be stored within the column. ਮੰਨ ਲਓ ਕਿਸੇ ਕਾਲਮ ਦੀ ਡਾਟਾ ਟਾਈਪ ਨੂਮੈਰਿਕ ਹੈ ਤਾਂ ਉਹ 'ਚ ਸਿਰਫ ਨੰਬਰ ਸਟੋਰ ਹੋ ਸਕਦੇ ਆ। ਜੇ ਕਿਸੇ ਕਾਲਮ ਦੀ ਡਾਟਾ ਟਾਈਪ ਮੰਨ ਲਓ ਕਰੈਕਟਰ ਹੈ ਤੇ ਉਹਦੇ 'ਚ ਅਸੀਂ 20 ਕਰੈਕਟਰ ਦੀ ਲਿਮਿਟ ਲਾਈ ਹੈ ਤਾਂ ਉਹ 'ਚ ਸਿਰਫ 20 ਕਰੈਕਟਰ ਹੀ ਸਟੋਰ ਹੋ ਸਕਦੇ ਆ। ਇਸ ਤਰ੍ਹਾਂ ਨਾਲ ਹਰੇਕ ਕਾਲਮ ਦੀ ਇੱਕ ਡਾਟਾ ਟਾਈਪ ਹੁੰਦੀ ਹੈ ਜੋ ਉਸ ਦੇ ਉੱਤੇ ਇੱਕ ਲਿਮਿਟ ਲਾਉਂਦੀ ਹੈ ਕਿ ਇਹਦੇ 'ਚ ਕਿਸ ਤਰ੍ਹਾਂ ਦਾ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਆਹ ਕੁਝ ਡਾਟਾ ਟਾਈਪਸ ਨੇ ਜੋ ਓਰੇਕਲ ਦੀਆਂ ਇੱਥੇ ਮੈਂ ਦੱਸੀਆਂ ਨੇ। ਕਰੈਕਟਰ ਡਾਟਾ ਟਾਈਪ ਨਾਲ ਸਾਈਜ਼ ਦੇ ਦੇਣਾ ਹੈ। ਜਦੋਂ ਆਪਾਂ ਨੇਮ ਐਡਰੈਸ ਵਗੈਰਾ ਸਟੋਰ ਕਰਦੇ ਹਾਂ ਤਾਂ ਅਸੀਂ ਕੈਰ ਡਾਟਾ ਟਾਈਪ ਯੂਜ਼ ਕਰਦੇ ਹਾਂ। ਇਹਦੇ ਵਿੱਚ ਮੈਕਸਿਮਮ 255 ਕਰੈਕਟਰ ਹੋ ਸਕਦੇ ਨੇ। ਫਿਕਸਡ ਲੈਂਥ ਹੋਣਗੇ ਇਹ। ਫਿਕਸਡ ਲੈਂਥ ਦਾ ਮਤਲਬ ਹੈ ਕਿ ਜੇ ਤੁਸੀਂ ਮੰਨ ਲਓ ਇਹਦਾ ਸਾਈਜ਼ 20 ਦੇਤਾ ਤਾਂ 20 ਕਰੈਕਟਰ ਆਕੂਪਾਈ ਕਰੇਗਾ, ਚਾਹੇ ਤੁਸੀਂ ਉਹ 'ਚ 5 ਕਰੈਕਟਰ ਲਿਖੋ, 15 ਵੇਸਟ ਹੋਣਗੇ ਪਰ ਉਹ 20 ਦੇ 20 ਆਕੂਪਾਈ ਕਰੇਗਾ, ਇਸ ਕਰਕੇ ਫਿਕਸਡ ਸਾਈਜ਼ ਹੈ। ਸੋ ਅਸੀਂ ਜ਼ਿਆਦਾਤਰ ਕੈਰ ਦੀ ਜਗ੍ਹਾ ਵੈਰ ਕੈਰ ਹੀ ਦਿੰਦੇ ਹੁੰਦੇ ਹਾਂ। ਵੈਰ ਕੈਰ ਹੁੰਦਾ ਵੇਰੀਏਬਲ ਕਰੈਕਟਰ ਸਾਈਜ਼। ਵੇਰੀਏਬਲ ਦਾ ਮਤਲਬ ਹੈ ਇਹ ਜਿੰਨਾ ਵੀ ਸਾਡੇ ਕੋਲੇ ਐਕਚੁਅਲ ਡਾਟਾ ਸਟੋਰ ਹੋਏਗਾ ਉਨਾ ਹੀ ਆਕੂਪੇਸ਼ਨ ਹੋਏਗੀ। ਵੈਸੇ ਮੈਕਸਿਮਮ ਇਹ 4000 ਕਰੈਕਟਰ ਤੱਕ ਇਹਦਾ ਸਾਈਜ਼ ਹੋ ਸਕਦਾ ਹੈ। ਮੰਨ ਲਓ ਤੁਸੀਂ 5 ਕਰੈਕਟਰ ਸਟੋਰ ਕਰੇ ਤਾਂ ਉਹ 'ਚ 5 ਦੀ ਵੀ ਸਪੇਸ ਆਕੂਪਾਈ ਹੋਏਗੀ। ਐਕਸਟਰਾ ਸਪੇਸ ਇਜ਼ ਨਾਟ ਪੈਡਡ। ਉਹਦੇ 'ਚ ਐਕਸਟਰਾ ਸਪੇਸ ਖਾਲੀ ਲੱਗ ਜਾਂਦੀ ਹੈ, ਇਹਦੇ 'ਚ ਨਹੀਂ ਲੱਗਦੀ। ਇਹਦੇ 'ਚ ਖਾਲੀ ਸਪੇਸ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ, ਉਹਨੂੰ ਯੂਜ਼ ਨਹੀਂ ਕੀਤਾ ਜਾਂਦਾ, ਵੇਸਟ ਨਹੀਂ ਕੀਤਾ ਜਾਂਦਾ। ਉਸੇ ਤਰ੍ਹਾਂ ਡੇਟ ਹੈ। ਜੇ ਮੰਨ ਲਓ ਆਪਾਂ ਕਿਸੇ ਦੀ ਡੇਟ ਆਫ ਬਰਥ, ਡੇਟ ਆਫ ਜੁਆਇਨਿੰਗ ਵਗੈਰਾ ਸਟੋਰ ਕਰਨੀ ਹੈ ਤਾਂ ਇਸ ਫਾਰਮੈਟ ਦੇ ਵਿੱਚ ਆ। ਫਾਰਮੈਟ ਹੈ ਡੀ, ਫਿਰ ਮੰਥ 3 ਕਰੈਕਟਰ 'ਚ ਦੇਣਾ, ਫਿਰ ਈਅਰ 2 ਡਿਜਿਟ ਦੇ ਵਿੱਚ ਦੇਣਾ। ਇਸ ਤਰ੍ਹਾਂ ਸਟੋਰ ਕਰ ਸਕਦੇ ਹਾਂ। ਉਸੇ ਤਰ੍ਹਾਂ ਨੂਮੈਰਿਕ ਡਾਟਾ ਟਾਈਪ ਹੈ ਨੰਬਰ ਪੀ ਕਾਮਾ ਐਸ। ਪੀ ਦਾ ਮਤਲਬ ਹੁੰਦਾ ਪ੍ਰੈਸੀਜਨ, ਠੀਕ ਹੈ। ਐਸ ਦਾ ਮਤਲਬ ਹੈ ਸਕੇਲ। ਮਤਲਬ ਇਹਦੇ ਵਿੱਚ ਅਸੀਂ ਇੱਕ ਫਲੋਟਿੰਗ ਪੁਆਇੰਟ ਨੰਬਰ ਸਟੋਰ ਕਰ ਸਕਦੇ ਹਾਂ ਜਿਹ 'ਚ ਪੁਆਇੰਟ ਪੁਆਇੰਟ ਰੱਖੇ ਜਾ ਸਕਦੇ ਨੇ, ਜਿਵੇਂ 4.5 4.7 ਇਸ ਤਰ੍ਹਾਂ ਨਾਲ। ਸੋ ਇਟ ਕੈਨ ਬੀ ਮੈਕਸਿਮਮ ਆਫ 38 ਡਿਜਿਟਸ ਆਫ ਪ੍ਰੈਸੀਜਨ। 38 ਡਿਜਿਟਸ ਤੱਕ ਹੋ ਸਕਦੇ। 38 ਮਤਲਬ ਟੋਟਲ ਡਿਜਿਟ ਹੋ ਸਕਦੇ ਨੇ। ਪ੍ਰੈਸੀਜਨ ਦਾ ਮਤਲਬ ਹੁੰਦਾ ਮੈਕਸਿਮਮ ਲੈਂਥ ਆਫ ਡਾਟਾ, ਤੇ ਉਹਦੇ ਵਿੱਚ ਐਸ ਦਾ ਮਤਲਬ ਹੈ ਸਕੇਲ। ਸਕੇਲ ਦਾ ਮਤਲਬ ਹੈ ਕਿ ਨੰਬਰ ਆਫ ਪਲੇਸਿਸ ਟੂ ਦਾ ਰਾਈਟ ਆਫ ਦਾ ਡੈਸੀਮਲ ਪੁਆਇੰਟ। ਤਾਂ ਸਕੇਲ ਮੰਨ ਲਓ 2 ਦੇਤੀ, ਪੀ ਮੰਨ ਲਓ ਪੀ ਤਾਂ 38 ਤੱਕ ਹੋ ਸਕਦਾ। ਸਕੇਲ ਮੰਨ ਲਓ 2 ਦੇ ਦੀ ਤਾਂ 2 ਡਿਜਿਟ ਤੱਕ ਹੋਏਗਾ, 3 ਦੇ ਦੀ ਤਾਂ 3 ਡਿਜਿਟ ਤੱਕ। ਡੈਸੀਮਲ ਤੋਂ ਬਾਅਦ ਕਿੰਨੇ ਡਿਜਿਟ ਦੇਣੇ। ਉਸੇ ਤਰ੍ਹਾਂ ਸਾਡੇ ਕੋਲ ਡਾਟਾ ਟਾਈਪ ਹੈ ਲੌਂਗ। ਇਹਦੇ ਵਿੱਚ ਸਟ੍ਰਿੰਗਸ ਡਾਟਾ ਸਟੋਰ ਹੋ ਸਕਦਾ ਹੈ। ਕਰੈਕਟਰ ਸਟ੍ਰਿੰਗਸ ਮੈਕਸਿਮਮ 2 GB ਤੱਕ ਡਾਟਾ ਸਟੋਰ ਕੀਤਾ ਜਾ ਸਕਦਾ। ਬਾਈਨਰੀ ਫਾਰਮੈਟ 'ਚ ਡਾਟਾ ਸਟੋਰ ਹੋਏਗਾ। ਉਸੇ ਤਰ੍ਹਾਂ ਰਾ ਐਂਡ ਲੌਂਗ ਰਾ, ਇਹ 2 ਡਾਟਾ ਟਾਈਪਸ ਨੇ। ਇਹ ਇਸ ਲਈ ਬਣਾਈਆਂ ਗਈਆਂ ਨੇ ਜਿੱਥੇ ਅਸੀਂ ਡਿਜੀਟਲ ਕੋਈ ਪਿਕਚਰ ਵਗੈਰਾ ਜਾਂ ਇਮੇਜ ਵਗੈਰਾ ਸਟੋਰ ਕਰਨਾ ਹੋਵੇ ਤਾਂ ਉਹ ਵੀ ਆਪਾਂ ਸਟੋਰ ਕਰ ਸਕਦੇ ਹਾਂ। ਤੇ ਇਹਦਾ ਡਾਟਾ ਵੀ ਜਿਹੜਾ ਹੈ ਮੈਕਸਿਮਮ 255 ਹੈ। ਰਾ ਦਾ, ਲੌਂਗ ਰਾ ਦਾ 2 GB ਤੱਕ ਹੋ ਸਕਦਾ ਹੈ। ਤੇ ਇਸ ਤਰ੍ਹਾਂ ਅਲੱਗ-ਅਲੱਗ ਟਾਈਪ ਦਾ ਡਾਟਾ ਓਰੇਕਲ ਦੇ ਟੇਬਲ ਦੇ ਵਿੱਚ ਸਟੋਰ ਕਰਨਾ ਹੋਵੇ ਤਾਂ ਉਹਨਾਂ ਕਾਲਮ ਦੀ ਇਹਦੇ ਅਕੋਰਡਿੰਗਲੀ ਡਾਟਾ ਟਾਈਪ ਸਪੈਸੀਫਾਈ ਕਰਨੀ ਪੈਂਦੀ ਹੈ। ਇੱਥੋਂ ਬਾਅਦ ਸਾਡੇ ਕੋਲੇ ਐਸਕਿਊਐਲ ਸਟੇਟਮੈਂਟਸ ਸ਼ੁਰੂ ਹੋ ਜਾਂਦੀਆਂ ਨੇ ਵੀ ਹੁਣ ਆਪਾਂ ਟੇਬਲ ਕਿਵੇਂ ਬਣਾਉਣਾ। ਮੰਨ ਲਓ ਕ੍ਰੀਏਟਿੰਗ ਟੇਬਲਸ। ਟੇਬਲ ਕਿਵੇਂ ਬਣਾਉਣਾ। ਟੇਬਲ ਬਣਾਉਣ ਦੇ ਲਈ ਕ੍ਰੀਏਟ ਟੇਬਲ ਨਾਂ ਦੀ ਸਟੇਟਮੈਂਟ ਹੈ। ਆ ਸਿੰਟੈਕਸ ਇੱਥੇ ਲਿਖਿਆ, ਪਹਿਲਾਂ ਸਿੰਟੈਕਸ ਦੇਖ ਲਓ। ਕ੍ਰੀਏਟ ਟੇਬਲ, ਉਸ ਤੋਂ ਬਾਅਦ ਟੇਬਲ ਦਾ ਨਾਮ ਜਿਹੜਾ ਤੁਸੀਂ ਰੱਖਣਾ ਚਾਹੋ, ਫਿਰ ਅਸੀਂ ਪੈਰੰਥੀਸਿਸ ਸ਼ੁਰੂ ਕਰਨੀਆਂ ਨੇ। ਫਿਰ ਅਸੀਂ ਦੇਵਾਂਗੇ ਕਾਲਮ ਦਾ ਨਾਮ ਜਿਹੜਾ ਤੁਸੀਂ ਰੱਖਣਾ, ਜਿਵੇਂ ਮੰਨ ਲਓ ਰੋਲ ਨੰਬਰ। ਫਿਰ ਡਾਟਾ ਟਾਈਪ, ਰੋਲ ਨੰਬਰ ਦੀ ਜਿਵੇਂ ਡਾਟਾ ਟਾਈਪ ਹੋਏਗੀ ਨੂਮੈਰਿਕ ਨੰਬਰ। ਉਹਦਾ ਸਾਈਜ਼ ਕਿੰਨਾ ਹੈ ਉਹ ਦੇ ਸਕਦੇ ਹੋ। ਇਸੇ ਤਰ੍ਹਾਂ ਕੌਮਾ ਪਾਓਗੇ, ਫਿਰ ਦੂਜਾ ਕਾਲਮ, ਫਿਰ ਤੀਜਾ ਕਾਲਮ, ਐਂਡ ਦੇ ਉੱਤੇ ਪੈਰੰਥੀਸਿਸ ਜਿਹੜੀਆਂ ਇੱਥੋਂ ਖੋਲੀਆਂ ਸੀ, ਇੱਥੋਂ ਸ਼ੁਰੂ ਕੀਤੀਆਂ ਸੀ ਆਹ ਵਾਲੀਆਂ, ਇਹ ਇੱਥੇ ਜਾ ਕੇ ਬੰਦ ਹੋ ਜਾਣਗੀਆਂ ਤੇ ਪਿੱਛੇ ਸੈਮੀਕੋਲਨ ਲੱਗ ਜਾਏਗਾ। ਐਗਜ਼ਾਮਪਲ ਹੈ, ਦੇਖੋ ਐਗਜ਼ਾਮਪਲ 'ਚ ਲਿਖਿਆ ਹੈ ਕ੍ਰੀਏਟ ਟੇਬਲ ਇੱਕ ਸਟੇਟਮੈਂਟ ਹੈ। ਐਡਮਿਸ਼ਨਸ ਟੇਬਲ ਦਾ ਨਾਮ ਹੈ ਜੋ ਅਸੀਂ ਬਣਾਉਣਾ ਚਾਹੁੰਦੇ ਹਾਂ। ਪੈਰੰਥੀਸਿਸ ਸ਼ੁਰੂ ਕੀਤੀਆਂ। ਰੋਲ ਨੰਬਰ, ਉਹਦੀ ਟਾਈਪ ਹੈ ਨੰਬਰ। ਸਾਈਜ਼ ਦੇਣ ਦੀ ਇੱਥੇ ਲੋੜ ਨਹੀਂ ਹੈ ਕਿਉਂਕਿ ਅਸੀਂ
ਸਿਰਫ ਹੋਲ ਨੰਬਰ ਹੀ ਸਟੋਰ ਕਰਨਾ ਹੈ, ਪ੍ਰੈਸੀਜਨ ਵਗੈਰਾ ਜਾਂ ਸਕੇਲ ਨਹੀਂ ਦੇਣ ਦੀ ਲੋੜ। ਐਸ ਨੇਮ ਮਤਲਬ ਸਟੂਡੈਂਟ ਨੇਮ, ਵੈਰ ਕੈਟ 20 ਕਰੈਕਟਰ ਦਾ ਮੈਕਸਿਮਮ ਨਾਮ ਸਟੋਰ ਹੋ ਸਕਦਾ ਹੈ। ਮਾਰਕਸ ਫਿਰ ਨੰਬਰ ਨੇ, ਪਿੱਛੇ ਅਸੀਂ ਪੈਰੇਂਥੀਸਿਸ ਬੰਦ ਕਰਤੀਆਂ ਤੇ ਸੈਮੀਕੋਲਨ ਲਾਤਾ। ਇਸ ਤਰ੍ਹਾਂ ਨਾਲ ਇੱਕ ਟੇਬਲ ਕ੍ਰੀਏਟ ਹੋ ਜਾਏਗਾ ਜਿਸ 'ਚ 3 ਕਾਲਮ ਹੋਣਗੇ, ਰੋਲ ਨੰਬਰ, ਐਸ ਨੇਮ ਐਂਡ ਮਾਰਕਸ। ਇਸ ਤਰ੍ਹਾਂ ਨਾਲ ਕਮਾਂਡ ਇਹ ਇਦਾਂ ਦਿੱਤੀ ਹੈ, ਲੇਕਿਨ ਇਸ ਦੇ ਵਿੱਚ ਜਦੋਂ ਇਹਨੂੰ ਅਸੀਂ ਦੇਖਾਂਗੇ ਬਾਅਦ ਦੇ ਵਿੱਚ ਤਾਂ ਇਸ ਤਰ੍ਹਾਂ ਨਾਲ ਬਣ ਜਾਏਗਾ। ਇੱਥੇ ਹੋ ਜਾਏਗਾ ਰੋਲ ਨੰਬਰ, ਇੱਥੇ ਨੇਮ ਹੋ ਜਾਏਗਾ ਸਟੂਡੈਂਟ ਦਾ, ਤੇ ਇੱਥੇ ਹੋ ਜਾਏਗਾ ਮਾਰਕਸ। ਇੱਦਾਂ ਇਹ ਇਹਨਾਂ ਦੇ ਨਾਮ ਪ੍ਰੋਪਰ ਪੂਰੇ ਰੱਖੇ ਜਾਣਗੇ। ਤਾਂ ਕ੍ਰੀਏਟ ਸਟੇਟਮੈਂਟ ਕੀ ਕਰਦੀ ਹੈ? ਕ੍ਰੀਏਟ ਟੇਬਲ ਸਟੇਟਮੈਂਟ ਕਮਾਂਡ defines each column of the table uniquely। ਡੁਪਲੀਕੇਟ ਨਾਮ ਨਹੀਂ ਰੱਖ ਸਕਦੇ ਕਾਲਮਸ ਦਾ। ਇਹ ਟੇਬਲ ਨੇਮ ਕੈਨ ਬੀ ਮੈਕਸਿਮਮ ਆਫ 30 ਕਰੈਕਟਰਸ, ਮੈਕਸਿਮਮ 30 ਅੱਖਰ ਦਾ ਰੱਖ ਸਕਦੇ ਹੋ, 30 ਕਰੈਕਟਰ ਦਾ। ਅਲਫਾਬੈਟਸ ਫਰੋਮ A to Z, ਕੈਪੀਟਲ A to Z, ਸਮਾਲ A to Z ਐਂਡ ਨੰਬਰਸ ਆਰ ਅਲਾਉਡ। ਇਹ ਨੇਮ ਸ਼ੁੱਡ ਬਿਗਿਨ ਵਿਦ ਐਨ ਅਲਫਾਬੈਟ। ਨੰਬਰ ਲਿਖ ਸਕਦੇ ਹੋ ਪਰ ਸ਼ੁਰੂ ਨਹੀਂ ਕਰ ਸਕਦੇ ਨੰਬਰ ਤੋਂ, ਸ਼ੁਰੂ ਅਲਫਾਬੈਟ ਤੋਂ ਕਰਨਾ ਪਏਗਾ। ਉਸ ਤੋਂ ਬਿਨਾਂ ਦਾ ਯੂਜ਼ ਆਫ ਸਪੈਸ਼ਲ ਕਰੈਕਟਰਸ, ਅੰਡਰਸਕੋਰ, ਡਾਲਰ ਸਾਈਨ ਐਂਡ ਹੈਸ਼ ਆਰ ਅਲਾਉਡ। ਸਿਰਫ ਇਹੀ ਨੇ, ਪਲੱਸ ਮਾਈਨਸ ਮਲਟੀਪਲੀਕੇਸ਼ਨ ਵਗੈਰਾ ਦੇ ਸਾਈਨ ਤੁਸੀਂ ਨਹੀਂ ਯੂਜ਼ ਕਰ ਸਕਦੇ ਨਾਮ ਰੱਖਣ ਵੇਲੇ। ਐਸਕੂਐਲ ਰਿਜ਼ਰਵ ਵਰਡਸ ਆਰ ਨਾਟ ਅਲਾਉਡ। ਐਸਕੂਐਲ ਦੇ ਕੁਝ ਰਿਜ਼ਰਵ ਵਰਡ ਨੇ ਜਿਵੇਂ ਕ੍ਰੀਏਟ ਜਾਂ ਟੇਬਲ, ਇਹ ਵਰਡ ਨਹੀਂ ਯੂਜ਼ ਕੀਤੇ ਜਾ ਸਕਦੇ ਕਿਸੇ ਕਾਲਮ ਦਾ ਨਾਮ ਜਾਂ ਟੇਬਲ ਦਾ ਨਾਮ ਰੱਖਣ ਵੇਲੇ। ਸੋ ਇਹਦੇ ਨਾਲ ਇੱਕ ਟੇਬਲ ਕ੍ਰੀਏਟ ਹੋ ਜਾਏਗਾ ਜੋ ਖਾਲੀ ਹੋਏਗਾ, ਉਹਦੇ ਚ ਡਾਟਾ ਨਹੀਂ ਅਸੀਂ ਭਰਿਆ, ਅਸੀਂ ਸਿਰਫ ਟੇਬਲ ਕ੍ਰੀਏਟ ਹੋਇਆ। ਇੰਸਰਟ ਡਾਟਾ, ਹੁਣ ਡਾਟਾ ਕਿਵੇਂ ਇੰਸਰਟ ਹੋਏਗਾ? ਟੇਬਲ ਬਣ ਗਿਆ, ਉਸ ਟੇਬਲ 'ਚ ਡਾਟਾ ਇੰਸਰਟ ਕਰਨਾ ਹੈ। ਇੰਸਰਟ ਇਨਟੂ ਨਾਂ ਦੀ ਸਟੇਟਮੈਂਟ ਹੈ। ਇੰਸਰਟ ਇਨਟੂ ਕਮਾਂਡ ਕ੍ਰੀਏਟਸ ਅ ਨਿਊ ਰੋ ਆਫ ਡਾਟਾ ਇਨ ਦਾ ਟੇਬਲ। ਐਨ ਐਮਪਟੀ ਰੋ ਇਜ਼ ਕ੍ਰੀਏਟਡ ਐਂਡ ਵੈਲਿਊਜ਼ ਆਰ ਲੋਡਡ ਇਨਟੂ ਦਾ ਕਾਲਮਸ ਸਪੈਸੀਫਾਈਡ। ਸਿੰਟੈਕਸ ਦੇਖੋ, ਇੰਸਰਟ ਇਨਟੂ, ਟੇਬਲ ਦਾ ਨਾਮ ਜਿਹੜੇ ਟੇਬਲ 'ਚ ਤੁਸੀਂ ਇੰਸਰਟ ਕਰਨਾ ਹੈ, ਅੱਗੇ ਕਿਹੜੇ ਕਿਹੜੇ ਕਾਲਮ ਨੇ ਉਹਦੇ, ਉਹ ਸਾਰੇ ਲਿਖ ਦੇਣੇ ਨੇ ਪੈਰੇਂਥੀਸਿਸ ਦੇ ਅੰਦਰ। ਫਿਰ ਵੈਲਿਊਜ਼, ਪੈਰੇਂਥੀਸਿਸ ਦੇ ਅੰਦਰ ਉਹਨਾਂ ਕਾਲਮਸ ਨੂੰ ਕਿਹੜੀ ਕਿਹੜੀ ਵੈਲਿਊ ਦੇਣੀ ਹੈ ਉਹ ਲਿਖ ਦੇਣੀ ਹੈ ਉਸੇ ਸੀਰੀਜ਼ 'ਚ। ਜਿਵੇਂ ਕਾਲਮ 1 ਦੀ ਵੈਲਿਊ ਆ ਹੋਏਗੀ, ਕਾਲਮ 2 ਦੀ ਵੈਲਿਊ ਸੈਕੰਡ ਪੋਜੀਸ਼ਨ ਤੇ, ਕਾਲਮ 3 ਦੀ ਇਦਾਂ ਆਰਡਰ ਦੇ ਵਿੱਚ। ਜਿਵੇਂ ਐਗਜ਼ਾਮਪਲ ਹੈ, ਇੰਸਰਟ ਇਨਟੂ ਐਡਮਿਸ਼ਨਸ, ਇੰਸਰਟ ਇਨਟੂ ਸਟੇਟਮੈਂਟ ਹੈ, ਐਡਮਿਸ਼ਨਸ ਟੇਬਲ ਦਾ ਨਾਮ ਹੈ। ਉਸ ਟੇਬਲ ਦੇ ਅੰਦਰ 3 ਕਾਲਮ ਨੇ, ਰੋਲ ਨੰਬਰ, ਐਸ ਨੇਮ, ਮਾਰਕਸ। ਉਸ ਤੋਂ ਬਾਅਦ ਲਿਖਾਂਗੇ ਵੈਲਿਊਜ਼। ਵੈਲਿਊਜ਼ ਤੋਂ ਬਾਅਦ ਅੰਦਰ ਦੇਾਂਗੇ ਪੈਰੇਂਥੀਸਿਸ 'ਚ ਇਹਨਾਂ ਤਿੰਨਾਂ ਦੀ ਵੈਲਿਊ। ਪਹਿਲੀ ਰੋਲ ਨੰਬਰ ਦੀ ਵੈਲਿਊ, ਫਿਰ ਐਸ ਨੇਮ ਸਿੰਗਲ ਕੌਮਿਆਂ 'ਚ ਸਟੂਡੈਂਟ ਦਾ ਨਾਮ, ਫਿਰ ਨੂਮੈਰਿਕ ਹੈ ਉਹ ਮਾਰਕਸ। ਇਹਦੇ ਨਾਲ ਇੱਕ ਰਿਕਾਰਡ ਇੰਸਰਟ ਹੋ ਜਾਏਗਾ। ਇਸ ਤਰ੍ਹਾਂ ਨਾਲ ਤੁਸੀਂ 2 4 10 15 20 ਜਿੰਨੇ ਵੀ ਅਸੀਂ ਸਟੂਡੈਂਟਸ ਦੇ ਰਿਕਾਰਡ ਇੰਸਰਟ ਕਰਨੇ ਨੇ ਕਰ ਸਕਦੇ ਹੋ। ਡਿਲੀਟਿੰਗ ਡਾਟਾ, ਡਾਟਾ ਡਿਲੀਟ ਕਰਨਾ ਹੋਵੇ, ਡਿਲੀਟ ਫਰੋਮ ਸਟੇਟਮੈਂਟ ਹੈ। ਡਿਲੀਟ ਫਰੋਮ ਕਮਾਂਡ ਡਿਲੀਟਸ ਏ ਰੋ ਆਫ ਡਾਟਾ ਇਨ ਦਾ ਟੇਬਲ। ਜਿਵੇਂ ਆਪਾਂ ਨੇ ਰਿਕਾਰਡ ਇੰਸਰਟ ਕਰਿਆ ਉਵੇਂ ਡਿਲੀਟ ਕਰ ਸਕਦੇ ਹਾਂ। ਇਹ ਕੰਡੀਸ਼ਨ ਇਜ਼ ਯੂਜ਼ ਟੂ ਸਪੈਸੀਫਾਈ ਵਿਚ ਰੋਜ਼ ਸ਼ੁੱਡ ਬੀ ਡਿਲੀਟਡ। ਜੇ ਅਸੀਂ ਸਾਰੀਆਂ ਨਹੀਂ ਡਿਲੀਟ ਕਰਨਾ ਚਾਹੁੰਦੇ, ਅਸੀਂ ਕੋਈ ਇੱਕ ਰੋ ਡਿਲੀਟ ਕਰਨੀ ਹੈ ਤਾਂ ਸਾਨੂੰ ਕੰਡੀਸ਼ਨ ਦੇਣੀ ਪਏਗੀ। ਜਿਹੜੀ ਕੰਡੀਸ਼ਨ, ਜਿਹੜੀ ਰੋਜ਼ ਉਸ ਕੰਡੀਸ਼ਨ ਨੂੰ ਸਪੈਸੀਫਾਈ ਕਰਨਗੀਆਂ, ਸੈਟੀਸਫਾਈ ਕਰਨਗੀਆਂ, ਉਹ ਡਿਲੀਟ ਹੋ ਜਾਣਗੀਆਂ। 2 ਵੀ ਹੋ ਸਕਦੀਆਂ, 3 ਵੀ ਹੋ ਸਕਦੀਆਂ ਨੇ। ਇਫ ਨੋ ਕੰਡੀਸ਼ਨ ਇਜ਼ ਗਿਵਨ, ਆਲ ਰੋਜ਼ ਇਨ ਦਾ ਟੇਬਲ ਗੈਟਸ ਡਿਲੀਟਡ। ਇਹ ਥੋੜਾ ਜਿਹਾ ਧਿਆਨ ਰੱਖਣਾ, ਕਈ ਵਾਰ ਅਸੀਂ ਨਾ ਡਿਲੀਟ ਫਰੋਮ ਸਿੱਧੀ ਲਾ ਦਿੰਦੇ ਆ ਬਿਨਾਂ ਕੰਡੀਸ਼ਨ ਤੋਂ, ਉਹਦੇ ਨਾਲ ਜਿੰਨੀਆਂ ਰਿਕਾਰਡ ਹੁੰਦੇ ਨੇ ਸਾਰੇ ਉੱਡ ਜਾਂਦੇ ਹੁੰਦੇ। ਸਿੰਟੈਕਸ ਦੇਖੋ, ਡਿਲੀਟ ਫਰੋਮ ਟੇਬਲ ਨੇਮ, ਵੇਅਰ ਤੋਂ ਬਾਅਦ ਕੰਡੀਸ਼ਨ ਦੇਣੀ ਹੈ। ਡਿਲੀਟ ਫਰੋਮ ਐਡਮਿਸ਼ਨਸ ਵੇਅਰ ਰੋਲ ਨੰਬਰ ਇਜ਼ ਇਕੁਅਲ ਟੂ 102। ਇਹਦਾ ਮਤਲਬ ਹੈ ਜਿਸ ਦਾ ਰੋਲ ਨੰਬਰ 102 ਹੈ ਉਸ ਦਾ ਰਿਕਾਰਡ ਡਿਲੀਟ ਹੋ ਜਾਏਗਾ। ਜੇ ਮੈਂ ਨਾ ਲਿਖਾਂ ਵੇਅਰ, ਸਿਰਫ ਇੱਥੇ ਤੱਕ ਲਿਖ ਦੇਵਾਂ ਐਡਮਿਸ਼ਨਸ ਤੱਕ ਹੀ, ਬਸ ਇੱਥੇ ਸੈਮੀਕੋਲਨ ਲਾ ਦਾਂ, ਤਾਂ ਇਹਦੇ ਨਾਲ ਸਾਰੇ ਰਿਕਾਰਡ ਡਿਲੀਟ ਹੋ ਜਾਣਗੇ। ਅਪਡੇਟਿੰਗ ਡਾਟਾ, ਡਾਟੇ ਨੂੰ ਅਪਡੇਟ ਕਰਨਾ ਮਤਲਬ ਬਦਲਣਾ, ਮੋਡੀਫਾਈ ਕਰਨਾ। update command updates columns in the existing tables rows with new values। ਪਹਿਲਾਂ ਕੋਈ ਵੈਲਿਊ ਹੋਏਗੀ ਆਪਾਂ ਬਦਲਣੀ ਚਾਹੁੰਦੇ ਹਾਂ। the set clause indicates which column data should be modified। set clause ਦੇ ਵਿੱਚ ਅਸੀਂ ਦੱਸਾਂਗੇ ਕਿਹੜੇ ਕਾਲਮ ਨੂੰ ਬਦਲਣਾ ਹੈ। and new values that they should hold, ਤੇ ਕਿਹੜੀਆਂ ਕਿਹੜੀਆਂ ਨਵੀਆਂ ਵੈਲਿਊਜ਼ ਦੇਣੀਆਂ ਨੇ। the where clause if given specifies which rows should be updated। ਵੇਅਰ ਦੇ ਨਾਲ ਅਸੀਂ ਦੱਸਾਂਗੇ ਕੰਡੀਸ਼ਨ ਵੀ ਕਿਹੜੀਆਂ ਰੋਜ਼ ਜਿਹੜੀਆਂ ਕੰਡੀਸ਼ਨ ਨੂੰ ਸੈਟੀਸਫਾਈ ਕਰਦੀਆਂ ਨੇ ਉਹ ਰੋਜ਼ ਜਿਹੜੀਆਂ ਨੇ ਅਪਡੇਟ ਹੋਣਗੀਆਂ, ਅਦਰਵਾਈਜ਼ ਸਾਰੀਆਂ ਹੀ ਹੋ ਜਾਂਦੀਆਂ ਹੁੰਦੀਆਂ ਨੇ। ਅਦਰਵਾਈਜ਼ ਆਰ ਰੋਜ਼ ਆਰ ਅਪਡੇਟਡ। ਫॉर एग्जांपल ਆ ਦੇਖੋ, ਪਹਿਲਾਂ ਸਿੰਟੈਕਸ ਦੇਖੋ, ਅਪਡੇਟ ਕਿਹੜਾ ਟੇਬਲ ਅਪਡੇਟ ਕਰਨਾ ਹੈ, ਸੈਟ।
ਸੈੱਟ ਤੋਂ ਬਾਅਦ ਕਿਹੜੇ ਕਾਲਮ ਦੀ ਵੈਲਿਊ ਇਜ਼ ਇਕੁਅਲ ਟੂ ਕੀ ਹੋਵੇ, ਫਿਰ ਦੂਜੇ ਕਿਹੜੇ ਕਾਲਮ ਦੀ ਵੈਲਿਊ ਕੀ ਕਰਨੀ ਹੈ, ਇਹ ਸਾਰਾ ਕਰਕੇ ਵੇਅਰ ਆ ਕੰਡੀਸ਼ਨ, ਵੀ ਜਿਹੜੀਆਂ ਰੋਜ਼ ਦੇ ਵਿੱਚ ਆਹ ਕੰਡੀਸ਼ਨ ਓਕੇ ਹੈ, ਟਰੂ ਹੈ, ਉਹਨਾਂ ਰੋਜ਼ ਦੇ ਵਿੱਚ ਆਹ ਕਾਲਮਾਂ ਦੀ ਵੈਲਿਊ ਆ ਹੋ ਜਾਵੇ। ਜਿਵੇਂ ਹੁਣ ਆ ਨੀਚੇ ਐਗਜ਼ਾਮਪਲ ਤੋਂ ਕਲੀਅਰ ਹੋ ਜਾਏਗਾ। ਅਪਡੇਟ ਐਡਮਿਸ਼ਨਸ, ਐਡਮਿਸ਼ਨਸ ਟੇਬਲ ਦਾ ਨਾਮ ਹੈ, ਅਪਡੇਟ ਕਰਨਾ ਹੈ, ਅਪਡੇਟ ਐਡਮਿਸ਼ਨਸ ਸੈੱਟ ਐਸ ਨੇਮ ਇਕੁਅਲ ਟੂ ਤਰਨ ਹੋ ਜਾਵੇ, ਮਾਰਕਸ ਇਜ਼ ਇਕੁਅਲ ਟੂ 500 ਹੋ ਜਾਣ। ਕਿਹਦੇ? ਵੇਅਰ ਰੋਲ ਨੰਬਰ ਇਜ਼ ਇਕੁਅਲ ਟੂ 102, ਵੀ ਜਿਸ ਸਟੂਡੈਂਟ ਦਾ ਰੋਲ ਨੰਬਰ 102 ਹੈ, 102 ਹੈ, ਉਸ ਸਟੂਡੈਂਟ ਦਾ ਐਸ ਨੇਮ ਮਤਲਬ ਸਟੂਡੈਂਟ ਨੇਮ ਕਾਲਮ ਹੈ ਜਿਹੜਾ, ਉਹਦੇ ਵਿੱਚ ਤਰਨ ਹੋ ਜਾਵੇ ਐਂਡ ਉਹਦੇ ਮਾਰਕਸ 500 ਸੈੱਟ ਹੋ ਜਾਣ। ਪਹਿਲਾਂ ਜੋ 올ਡ ਵੈਲਿਊਜ਼ ਹੋਣਗੀਆਂ ਆਪੇ ਖਤਮ ਹੋ ਜਾਣਗੀਆਂ, ਇਹ ਨਵੀਆਂ ਸੈੱਟ ਹੋ ਜਾਣਗੀਆਂ। ਡਿਲੀਟਿੰਗ ਟੇਬਲਸ, ਟੇਬਲ ਬਣ ਗਿਆ, ਹੁਣ ਅਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਹਾਂ, ਰਿਮੂਵ ਕਰ ਦੇਣਾ ਚਾਹੁੰਦੇ ਹਾਂ, ਉਹਦੀ ਆਪਾਂ ਨੂੰ ਮੰਨ ਲਓ ਜ਼ਰੂਰਤ ਨਹੀਂ ਹੈ, ਤਾਂ ਡ੍ਰੌਪ ਟੇਬਲ ਸਟੇਟਮੈਂਟ ਲੱਗਦੀ ਹੈ ਜਿਹੜੀ ਕਿ ਪੂਰੇ ਟੇਬਲ ਨੂੰ ਖਤਮ ਕਰ ਦਿੰਦੀ ਹੈ। ਡ੍ਰੌਪ ਟੇਬਲ ਟੇਬਲ ਨੇਮ, ਜਿਵੇਂ ਡ੍ਰੌਪ ਟੇਬਲ ਐਡਮਿਸ਼ਨਸ, ਸਾਰਾ ਟੇਬਲ ਅਤੇ ਉਹਦਾ ਡਾਟਾ ਡਿਲੀਟ ਹੋ ਜਾਏਗਾ। ਸਿਲੈਕਟ ਸਟੇਟਮੈਂਟ ਦੇ ਨਾਲ ਅਸੀਂ ਦੇਖ ਸਕਦੇ ਹਾਂ ਰਿਕਾਰਡ ਜਿਹੜੇ ਅਸੀਂ ਭਰੇ ਨੇ, ਅਸੀਂ ਇੰਸਰਟ ਕੀਤਾ ਸੀ, ਉਸ ਤੋਂ ਬਾਅਦ ਦੇਖਣੇ ਵੀ ਤਾਂ ਹੁੰਦੇ ਆ, ਤਾਂ ਦੇਖਣ ਲਈ ਸਿਲੈਕਟ ਸਟੇਟਮੈਂਟ ਹੈ, ਵਿਊਇੰਗ ਡਾਟਾ ਯੂਜ਼ਿੰਗ ਸਿਲੈਕਟ ਸਟੇਟਮੈਂਟ। Select statement with from clause is used to retrieve rows of data selected from one or more tables। ਇੱਕ ਚੋਂ ਤਾਂ ਦੇਖ ਹੀ ਸਕਦੇ ਹਾਂ, ਦੋ ਤਿੰਨ ਚੋਂ ਵੀ ਦੇਖ ਸਕਦੇ ਹਾਂ, ਉਹ ਟੇਬਲਸ ਜੁਆਇਨ ਹੋ ਜਾਂਦੇ ਹੁੰਦੇ ਨੇ, ਉਹ ਆਪਾਂ ਬਾਅਦ ਚ ਦੇਖ ਲਾਂਗੇ। ਪਹਿਲਾਂ ਸਿੰਗਲ ਟੇਬਲ ਦੇਖਦੇ ਹਾਂ। ਸਿਲੈਕਟ ਕਾਲਮ ਕਿਹੜੇ ਕਿਹੜੇ ਦੇਖਣੇ ਚਾਹੁੰਦੇ ਹੋ, ਫਰੋਮ ਕਿਹੜੇ ਟੇਬਲ ਚੋਂ। ਜੇ ਤੁਸੀਂ ਸਟਾਰ ਪਾ ਦੋਗੇ ਤੇ ਐਸਟਰਿਸਕ ਸਟਾਰ ਲੱਗ ਜਾਂਦਾ ਹੁੰਦਾ। ਇਟ ਕੈਨ ਬੀ ਯੂਜ਼ ਟੂ ਪਲੇਸ ਕਾਲਮ ਨੇਮਸ ਟੂ ਸ਼ੋ ਆਲ ਕਾਲਮਸ ਯੂਜ਼ਡ ਇਨ ਪਲੇਸ ਆਫ ਕਾਲਮ ਨੇਮਸ। ਆ ਜਿਹੜੇ ਕਾਲਮ ਨੇਮਸ ਅਸੀਂ ਦੇ ਰਹੇ ਹਾਂ, ਇਹਨਾਂ ਦੀ ਜਗ੍ਹਾ ਜੇ ਅਸੀਂ ਸਟਾਰ ਲਿਖ ਦਈਏ ਤਾਂ ਸਾਰੇ ਕਾਲਮਸ, ਉਹਦਾ ਮਤਲਬ ਹੋ ਜਾਂਦਾ ਆਲ ਕਾਲਮਸ। ਜਿਵੇਂ ਫੋਰ ਐਗਜ਼ਾਮਪਲ ਸਿਲੈਕਟ ਸਟਾਰ ਫਰੋਮ ਐਡਮਿਸ਼ਨਸ, ਇਹਦਾ ਮਤਲਬ ਹੈ ਐਡਮਿਸ਼ਨਸ ਟੇਬਲ ਦੇ ਸਾਰੇ ਕਾਲਮ ਦਿਖਾ ਦਿਓ, ਉਹ ਸਾਰੇ ਦਿਖਾ ਦੇਗਾ। ਪਰ ਜੇ ਆਪਾਂ ਵਿੱਚੋਂ ਕੁਝ ਦੇਖਣਾ ਚਾਹੁੰਦੇ ਹਾਂ, ਫੋਰ ਐਗਜ਼ਾਮਪਲ ਸਿਲੈਕਟ ਰੋਲ ਨੰਬਰ ਕੌਮਾ ਮਾਰਕਸ ਫਰੋਮ ਐਡਮਿਸ਼ਨ, ਇਹਦਾ ਮਤਲਬ ਐਡਮਿਸ਼ਨ ਟੇਬਲ ਦੇ ਸਿਰਫ ਰੋਲ ਨੰਬਰ ਅਤੇ ਮਾਰਕਸ ਦੇਖਣੇ ਨੇ, ਸਿਰਫ ਉਹੀ ਦਿਖਣਗੇ, ਸਾਰੇ ਕਾਲਮ ਨਹੀਂ ਦਿਖਣਗੇ। ਫਿਲਟਰਿੰਗ ਡਾਟਾ, ਡਾਟਾ ਫਿਲਟਰ ਕਰਨਾ ਹੈ। ਫਿਲਟਰ ਦਾ ਮਤਲਬ ਹੈ ਕਿ ਰੋਜ਼ ਸਾਰੀਆਂ ਨਹੀਂ ਦੇਖਣੀਆਂ, ਉਹਨਾਂ ਦੇ ਵਿੱਚੋਂ ਕੁਝ ਰੋਜ਼ ਦੇਖਣੀਆਂ ਨੇ ਜਿਹੜੀਆਂ ਕੰਡੀਸ਼ਨ ਦੇ ਅਕੋਰਡਿੰਗਲੀ ਟਰੂ ਹੋਣ। ਇਹਦੇ ਚ ਅਸੀਂ ਵੇਅਰ ਕਲੌਜ਼ ਦਿੰਨੇ ਆ, ਸਿਲੈਕਟ ਦੇ ਨਾਲ ਵੇਅਰ ਲਗਾ ਦਿੰਨੇ ਆ। ਸਿਲੈਕਟ ਸਟੇਟਮੈਂਟ ਵਿਦ ਵੇਅਰ ਕਲੌਜ਼ ਇਜ਼ ਯੂਜ਼ਡ ਟੂ ਰਿਟਰੀਵ ਫਿਲਟਰਡ ਰੋਜ਼ ਆਫ ਡਾਟਾ ਡਿਪੈਂਡਿੰਗ ਅਪਨ ਦਾ ਸਪੈਸੀਫਾਈਡ ਕੰਡੀਸ਼ਨ। ਕੰਡੀਸ਼ਨ ਦੇਵਾਂਗੇ, ਜਿਹੜੀਆਂ ਰੋਜ਼ ਉਸ ਕੰਡੀਸ਼ਨ ਨੂੰ ਸੈਟੀਸਫਾਈ ਕਰਨਗੀਆਂ ਉਹ ਰੋਜ਼ ਸਾਨੂੰ ਦਿਖਣਗੀਆਂ, ਸਿਰਫ ਉਹ ਰਿਕਾਰਡ ਸਾਨੂੰ ਦਿਖਣਗੇ। ਇਸ ਨੂੰ ਕਹਾਂਗੇ ਅਸੀਂ ਫਿਲਟਰਿੰਗ ਕਰ ਰਹੇ ਹਾਂ, ਕਿਉਂਕਿ ਸਾਰੀਆਂ ਨਹੀਂ ਦੇਖ ਰਹੇ, ਅਸੀਂ ਕੁਝ ਦੇਖ ਰਹੇ ਹਾਂ ਜਿਹੜੀਆਂ ਕੰਡੀਸ਼ਨ ਦੇ ਅਕੋਰਡਿੰਗਲੀ ਟਰੂ ਨੇ। ਓਨਲੀ ਦਾ ਰੋਜ਼ ਆਫ ਡਾਟਾ that satisfy the condition will be retrieved if no where clause or condition is specified all rows are displayed। ਜੇ ਅਸੀਂ ਵੇਅਰ ਨਹੀਂ ਲਾਉਂਦੇ ਤਾਂ ਸਾਰੀਆਂ ਆ ਜਾਂਦੀਆਂ ਨੇ, ਫਿਰ ਫਿਲਟਰਿੰਗ ਨਹੀਂ ਹੁੰਦੀ, ਫਿਰ ਉਹ ਤਾਂ ਪਹਿਲਾਂ ਹੀ ਦੇਖ ਰਹੇ ਸੀ ਆਪਾਂ, ਸਾਰੀਆਂ ਆ ਰਹੀਆਂ। ਹੁਣ ਅਸੀਂ ਫਿਲਟਰਿੰਗ ਕਰਨੀ। ਸਿੰਟੈਕਸ ਹੋਏਗਾ ਸਿਲੈਕਟ, ਜਿਵੇਂ ਕਾਲਮ ਦੇ ਨਾਮ ਨੇ ਕਾਲਮ 1 ਕਾਲਮ 2 ਇਦਾਂ ਦੇ ਦਿਓ, ਫਿਰ ਫਰੋਮ ਟੇਬਲ ਦਾ ਨਾਮ ਦੇ ਦਿਓ, ਫਿਰ ਵੇਅਰ ਲੱਗਦਾ ਵੇਅਰ ਕੰਡੀਸ਼ਨ। ਇੱਥੇ ਵੀ ਉਸੇ ਤਰ੍ਹਾਂ ਜਿਹੜੇ ਆ ਕਾਲਮ ਨੇਮਸ ਨੇ ਇਹਨਾਂ ਦੀ ਜਗ੍ਹਾ ਤੇ ਅਗਰ ਸਟਾਰ ਲਗਾ ਦਈਏ ਦੈਨ ਇਹਦੇ ਨਾਲ ਸਾਰੇ ਕਾਲਮ ਦਿਖਣਗੇ। ਜਿਵੇਂ ਐਗਜ਼ਾਮਪਲ ਦਿੱਤੀ ਹੈ ਸਿਲੈਕਟ ਸਟਾਰ ਫਰੋਮ ਐਡਮਿਸ਼ਨ, ਮਤਲਬ ਸਾਰੇ ਕਾਲਮ ਦਿਖਣਗੇ ਐਡਮਿਸ਼ਨ ਦੇ। ਵੇਅਰ ਮਾਰਕਸ ਇਜ਼ ਗ੍ਰੇਟਰ ਦੈਨ 200, ਜਿਨ੍ਹਾਂ ਦੇ ਮਾਰਕਸ 200 ਤੋਂ ਜ਼ਿਆਦਾ ਨੇ ਸਿਰਫ ਉਹ ਸਟੂਡੈਂਟਸ ਦੇ ਰਿਕਾਰਡ ਦਿਖਣਗੇ। ਕਾਲਮ ਸਾਰੇ ਦਿਖਣਗੇ ਪਰ ਰਿਕਾਰਡ ਸਿਰਫ ਉਹਨਾਂ ਦੇ ਜਿਨ੍ਹਾਂ ਦੇ 200 ਤੋਂ ਜ਼ਿਆਦਾ ਮਾਰਕਸ ਆਏ ਨੇ। ਜਾਂ ਅਸੀਂ ਦੇਖਣਾ ਚਾਹੁੰਦੇ ਹਾਂ ਸਿਲੈਕਟ ਰੋਲ ਨੰਬਰ ਕੌਮਾ ਮਾਰਕਸ, ਸਿਰਫ ਇਹ ਦੋਨੇ ਚੀਜ਼ਾਂ। ਫਰੋਮ ਐਡਮਿਸ਼ਨਸ ਵੇਅਰ ਰੋਲ ਨੰਬਰ ਇਜ਼ ਇਕੁਅਲ ਟੂ 103, ਸਿਰਫ 103 ਰੋਲ ਨੰਬਰ ਦੇ ਰੋਲ ਨੰਬਰ ਅਤੇ ਮਾਰਕਸ ਹੀ ਦਿਖਣਗੇ। ਐਲੀਮੀਨੇਟ ਡੁਪਲੀਕੇਟ ਰੋਜ਼, ਕਈ ਵਾਰ ਰੋਜ਼ ਡੁਪਲੀਕੇਟ ਆ ਜਾਂਦੀਆਂ ਨੇ, ਡਬਲ ਆ ਜਾਂਦੀਆਂ ਨੇ। ਮੰਨ ਲਓ ਨੇਮ ਦੇਖਣਾ ਚਾਹੁੰਦੇ ਆ ਇਕੱਲਾ ਨੇਮ, ਤਾਂ ਨੇਮ ਕਈ ਵਾਰ 2 3 4 ਸਟੂਡੈਂਟ ਦੇ ਡੁਪਲੀਕੇਟ ਹੁੰਦੇ ਨੇ, ਸੇਮ ਹੁੰਦੇ ਨੇ, ਤਾਂ ਅਸੀਂ ਉਹਨਾਂ ਦੇ ਵਿੱਚੋਂ ਸਿਰਫ ਯੂਨੀਕ ਨੇਮ ਦੇਖਣਾ ਚਾਹੁੰਦੇ ਹਾਂ ਵੀ ਇੱਕ ਨੇਮ ਇੱਕੋ ਵਾਰ ਆਵੇ, ਕੋਈ ਨਾਮ 2 ਵਾਰ ਨਾ ਆਵੇ। ਸੋ ਇਹ ਸੀਕੁਐਂਸ, ਇਹਦੇ ਲਈ ਸਾਡੇ ਕੋਲੇ ਅਸੀਂ ਸਿਲੈਕਟ ਦੇ ਨਾਲ ਡਿਸਟਿੰਕਟ ਲਗਾ ਦਿੰਦੇ ਹਾਂ ਵਰਡ। ਡਿਸਟਿੰਕਟ ਦਾ ਮਤਲਬ ਹੈ ਯੂਨੀਕ,
यूनीक रोज आएंगी। A SQL query output can have duplicate rows of data. To view only unique rows, the distinct clause can be used. ਜੇ ਅਸੀਂ ਯੂਨੀਕ ਰੋਜ਼ ਦੇਖਣੀਆਂ ਚਾਹੁੰਦੇ ਹਾਂ, ਵੀ ਅਸੀਂ ਡੁਪਲੀਕੇਟ ਨਹੀਂ ਦੇਖਣੀਆਂ ਚਾਹੁੰਦੇ, ਤਾਂ ਅਸੀਂ ਡਿਸਟਿੰਕਟ ਲਾ ਸਕਦੇ ਹਾਂ। ਇਟ ਅਲਾਉਜ਼ ਰਿਮੂਵਿੰਗ ਡੁਪਲੀਕੇਟਸ ਫਰੋਮ ਦਾ ਰਿਜ਼ਲਟ ਸੈਟ। ਡੁਪਲੀਕੇਟ ਰਿਮੂਵ ਹੋ ਜਾਣਗੇ, ਇੱਕ ਰਿਕਾਰਡ ਸਿਰਫ ਇੱਕ ਵਾਰ ਆਏਗਾ। ਇਟ ਕੈਨ ਓਨਲੀ ਬੀ ਯੂਜ਼ਡ ਵਿਦ ਸਿਲੈਕਟ, ਹੋਰ ਕਿਸੇ ਨਾਲ ਨਹੀਂ ਲੱਗ ਸਕਦਾ। ਸਿਲੈਕਟ ਡਿਸਟਿੰਕਟ ਇਦਾਂ ਇਕੱਠਾ ਲੱਗੇਗਾ, ਉਸ ਤੋਂ ਬਾਅਦ ਜਿਹੜੇ ਵੀ ਕਾਲਮ ਨੇ ਤੁਸੀਂ ਦੇਣੇ ਨੇ ਦੇ ਸਕਦੇ ਹੋ। ਫॉर एग्जांपल ਸਿਲੈਕਟ ਡਿਸਟਿੰਕਟ ਐਸ ਨੇਮ ਫਰੋਮ ਐਡਮਿਸ਼ਨ ਦੇ ਵਿੱਚੋਂ ਸਟੂਡੈਂਟਸ ਦੇ ਨਾਮ ਦਿਖਣਗੇ, ਪਰ ਜੇ ਕੋਈ 4-5 ਸਟੂਡੈਂਟ ਦੇ ਨਾਮ ਸੇਮ ਹੋਇਆ ਤਾਂ ਉਹ ਨਾਮ ਇੱਕ ਵਾਰ ਹੀ ਦਿਖੇਗਾ, ਬਾਰ-ਬਾਰ ਨਹੀਂ ਦਿਖੇਗਾ। ਇਹਦਾ ਮਤਲਬ ਇਹ। ਸੌਰਟਿੰਗ ਡਾਟਾ ਸੌਰਟ ਕਰਨ ਦਾ ਮਤਲਬ ਹੁੰਦਾ ਹੈ ਅਲਫਾਬੈਟਿਕਲੀ A to Z, ਪਹਿਲਾਂ A ਵਾਲੇ ਫਿਰ B ਵਾਲੇ, ਜਾਂ ਨੂਮੈਰੀਕਲ ਨੇ ਤਾਂ ਪਹਿਲਾਂ 1 ਫਿਰ 2 ਫਿਰ 3 ਇਦਾਂ ਆਰਡਰ ਦੇ ਵਿੱਚ। ਸਿਲੈਕਟ ਵਿਦ ਆਰਡਰ ਬਾय ਕਲੌਜ਼, ਆਰਡਰ ਬਾय ਇਹਦੇ ਨਾਲ ਕਲੌਜ਼ ਲੱਗ ਜਾਂਦਾ, ਇਹ ਅਲਫਾਬੈਟਿਕਲੀ ਸੈੱਟ ਹੋ ਜਾਂਦੇ। ਆਰਡਰ ਬਾय ਕਲੌਜ਼ ਇਜ਼ ਯੂਜ਼ਡ ਵਿਦ ਸਿਲੈਕਟ ਸਟੇਟਮੈਂਟ ਟੂ ਸੌਰਟ ਦਾ ਰੋਜ਼ ਇਨ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ ਔਨ 1 or more columns। ਅਸੈਂਡਿੰਗ ਵੀ ਕਰ ਸਕਦੇ ਹਾਂ ਵੱਧਦੇ ਕ੍ਰਮ 'ਚ, ਡਿਸੈਂਡਿੰਗ ਵੀ ਕਰ ਸਕਦੇ ਹਾਂ ਘਟਦੇ ਕ੍ਰਮ 'ਚ। ਇਟ ਕੈਨ ਓਨਲੀ ਬੀ ਯੂਜ਼ਡ ਵਿਦ ਸਿਲੈਕਟ। ਸਿੰਟੈਕਸ ਦੇਖੋ, ਸਿਲੈਕਟ ਕਿਹੜੇ ਕਾਲਮ ਦੇਖਣੇ ਨੇ, ਜੇ ਸਾਰੇ ਦੇਖਣੇ ਨੇ ਸਟਾਰ ਲਿਖ ਦਿਓ। ਫਰੋਮ ਟੇਬਲ ਨੇਮ ਕਿਹੜੇ ਟੇਬਲ 'ਚੋਂ ਦੇਖਣੇ ਨੇ। ਆਰਡਰ ਬਾय ਅੱਗੇ ਕਿਹੜੇ ਕਿਹੜੇ ਕਾਲਮਾਂ ਤੇ ਆਰਡਰ ਕਰਨਾ ਹੈ। ਦੈਨ ਸੌਰਟ ਆਰਡਰ ਜੇ ਨਹੀਂ ਲਿਖਾਂਗੇ ਤਾਂ ਅਸੈਂਡਿੰਗ ਹੋਏਗਾ, ਜੇ ਡਿਸੈਂਡਿੰਗ ਕਰਨਾ DESC ਲਿਖ ਲਿਆ ਜਾਂਦਾ ਹੈ। ਬਾਈ ਡਿਫਾਲਟ ਦਾ ਸੌਰਟ ਆਰਡਰ ਇਜ਼ ਅਸੈਂਡਿੰਗ, ਮਤਲਬ ASC ਲਿਖ ਵੀ ਸਕਦੇ ਹੋ ਪਰ ਲਿਖਣ ਦੀ ਲੋੜ ਵੀ ਨਹੀਂ ਹੈ। ਆਪਸ਼ਨਲੀ ਵੀ ਕੈਨ ਸਪੈਸੀਫਾਈ DESC, ਮਤਲਬ ਡਿਸੈਂਡਿੰਗ ਦੇ ਲਈ ਉਹ ਲਿਖਣਾ ਪਏਗਾ। ਫॉर एग्जांपल सिलेक्ट स्टार फ्रॉम एडमिशन रोल नंबर बाय ऑर्डर बाय रोल नंबर ਤੇ ਆਰਡਰ ਹੋ ਜਾਏਗਾ, ਸਭ ਤੋਂ ਛੋਟਾ ਰੋਲ ਨੰਬਰ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ, ਇਦਾਂ ਆਰਡਰ ਹੋ ਕੇ ਰਿਕਾਰਡ ਦਿਖਣਗੇ। ਜਾਂ ਅਸੀਂ ਡਿਸੈਂਡਿੰਗ ਦੇਖਣਾ, ਸਿਲੈਕਟ ਸਟਾਰ ਫਰੋਮ ਐਡਮਿਸ਼ਨ ਆਰਡਰ ਬਾय ਮਾਰਕਸ, ਪਿੱਛੇ ਵਰਡ ਲਿਖਿਆ ਡਿਸੈਂਡਿੰਗ DESC, ਇਹਦੇ ਨਾਲ ਮਾਰਕਸ ਤੇ ਡਿਸੈਂਡਿੰਗ ਆਰਡਰ ਹੋ ਜਾਏਗਾ, ਮਤਲਬ ਸਭ ਤੋਂ ਵੱਧ ਮਾਰਕਸ ਲੈਣ ਵਾਲਾ ਪਹਿਲਾਂ, ਫਿਰ ਉਸ ਤੋਂ ਘੱਟ ਮਾਰਕਸ ਵਾਲਾ, ਫਿਰ ਉਸ ਤੋਂ ਘੱਟ ਮਾਰਕਸ ਵਾਲਾ। ਇਸ ਤਰ੍ਹਾਂ ਨਾਲ ਆਰਡਰ ਉਲਟੇ ਆਰਡਰ ਦੇ ਵਿੱਚ ਰਿਕਾਰਡ ਦਿਖਣਗੇ। ਕਾਪੀ ਟੇਬਲ ਕਾਪੀ ਕਰਨਾ ਹੋਵੇ, ਡੁਪਲੀਕੇਟ ਉਹਦੇ ਵਰਗਾ ਇੱਕ ਹੋਰ ਟੇਬਲ ਬਣਾਉਣਾ ਹੋਵੇ, ਕਈ ਵਾਰ ਆਪਾਂ ਕਹਿੰਦੇ ਆ ਕਿ ਕਾਪੀ ਕਰ ਲਓ। ਕਾਪੀ ਹੈ ਟੇਬਲ, ਕ੍ਰੀਏਟ ਟੇਬਲ ਵਿਦ ਐਜ਼ ਲੱਗ ਜਾਂਦਾ ਉਹਦੇ ਨਾਲ। ਕ੍ਰੀਏਟ ਟੇਬਲ ਕਮਾਂਡ ਵਿਦ ਐਜ਼ ਕਲੌਜ਼ ਕੈਨ ਬੀ ਯੂਜ਼ ਟੂ ਕ੍ਰੀਏਟ ਅ ਟੇਬਲ ਫਰੋਮ ਅਨਦਰ ਟੇਬਲ। ਇੱਕ ਟੇਬਲ ਤੋਂ ਦੂਜਾ ਟੇਬਲ ਕ੍ਰੀਏਟ ਕਰਨ ਦੇ ਲਈ ਐਜ਼ ਕਲੌਜ਼ ਕ੍ਰੀਏਟ ਟੇਬਲ ਦੇ ਨਾਲ ਲਾਇਆ ਜਾ ਸਕਦਾ। The statement populates the target table with data from the source table। ਮਤਲਬ ਇੱਕ ਟੇਬਲ ਤੋਂ ਡਾਟਾ ਦੂਜੇ ਟੇਬਲ 'ਚ ਕਾਪੀ ਹੋ ਜਾਂਦਾ ਹੈ। ਇਹਦੇ ਨਾਲ ਕੀ ਹੋਏਗਾ, ਨਾਲੇ ਸਟਰਕਚਰ ਨਾਲੇ ਡਾਟਾ ਦੋਨੇ ਕਾਪੀ ਹੋ ਜਾਣਗੇ। ਮੀਨਸ ਇੱਕ ਟੇਬਲ ਦੀ ਕਾਪੀ ਹੋ ਜਾਏਗੀ ਦੂਜੇ ਟੇਬਲ 'ਚ, ਦੋ ਟੇਬਲ ਬਣ ਜਾਣਗੇ ਇੱਕੋ ਤਰ੍ਹਾਂ ਦੇ। ਟੂ ਕਾਪੀ ਓਨਲੀ ਦਾ ਸਟਰਕਚਰ ਵਿਦਆਊਟ ਡਾਟਾ, ਜੇ ਮੰਨ ਲਓ ਤੁਸੀਂ ਇਹਨੇ ਇਕੱਲਾ ਸਟਰਕਚਰ ਕਾਪੀ ਕਰ ਲਈਏ, ਵੀ ਜਿਵੇਂ ਕ੍ਰੀਏਟ ਸਟੇਟਮੈਂਟ ਨਾਲ ਆਪਾਂ ਕ੍ਰੀਏਟ ਟੇਬਲ ਸਟੇਟਮੈਂਟ ਦੇ ਨਾਲ ਆਪਾਂ ਇੱਕ ਟੇਬਲ ਕ੍ਰੀਏਟ ਕੀਤਾ ਸੀ, ਤਾਂ ਇਕੱਲੇ ਕਾਲਮ ਦੇ ਨਾਮ, ਉਹਨਾਂ ਦੇ ਡਾਟਾ ਟਾਈਪ ਵਗੈਰਾ ਆ ਜਾਣ, ਵੀ ਖਾਲੀ ਹੋਵੇ ਉਹ 'ਚ ਰਿਕਾਰਡ ਨਾ ਹੋਵੇ, ਤਾਂ ਤੁਸੀਂ ਕੋਈ ਇਹੋ ਜਿਹੀ ਕੰਡੀਸ਼ਨ ਦੇ ਦਿਓ ਜਿਹੜੀ ਸੈਟੀਸਫਾਈ ਨਾ ਹੁੰਦੀ ਹੋਵੇ। ਉਹਦੇ ਨਾਲ ਇਕੱਲਾ ਜਿਹੜਾ ਉਹਦਾ ਸਟਰਕਚਰ ਹੋਏਗਾ ਟੇਬਲ ਦਾ, ਇਕੱਲੇ ਉਹਦੇ ਕਾਲਮਸ ਡਾਟਾ ਟਾਈਪਸ ਵਗੈਰਾ ਜਿਹੜੀਆਂ ਆਪਾਂ ਦੱਸੀਆਂ ਸੀ ਉਹ ਕਾਪੀ ਹੋ ਜਾਣਗੀਆਂ। ਇਹ ਕੰਡੀਸ਼ਨ ਕੈਨ ਬੀ ਸਪੈਸੀਫਾਈਡ ਵਿਦ ਵੇਅਰ ਕਲੌਜ਼ ਦੈਟ ਕੈਨ ਨੈਵਰ ਬੀ ਸੈਟੀਸਫਾਈਡ। ਉਹਦੇ ਨਾਲ ਇਕੱਲਾ ਟੇਬਲ ਦਾ ਸਟਰਕਚਰ ਕਾਪੀ ਹੋਏਗਾ, ਅਦਰਵਾਈਜ਼ ਬਾਈ ਡਿਫਾਲਟ ਇਹ ਵਿਦ ਡਾਟਾ ਕਾਪੀ ਕਰ ਦਿੰਦੀ ਹੈ। ਸਿੰਟੈਕਸ ਦੇਣਾ ਦੇਖੋ, ਕ੍ਰੀਏਟ ਟੇਬਲ ਦਾ ਨਾਮ, ਕ੍ਰੀਏਟ ਟੇਬਲ ਤੋਂ ਬਾਅਦ ਟੇਬਲ ਦਾ ਨਾਮ, ਜਿਹੜਾ ਪਹਿਲਾ ਟੇਬਲ ਹੈ ਉਹਦੇ ਕਾਲਮ ਜਿਹੜੇ ਨੇ ਤੁਸੀਂ ਉਹ ਦੇ ਦੇਣੇ ਨੇ ਐਜ਼। ਇਹ ਨਵਾਂ ਟੇਬਲ ਆਪਾਂ ਬਣਾਉਣਾ ਹੈ ਜਿਹੜਾ ਉਹ ਹੈ ਕ੍ਰੀਏਟ ਟੇਬਲ 1 ਐਜ਼ ਸਿਲੈਕਟ
ਦੂਜਾ ਟੇਬਲ ਜਿਹੜਾ ਪਹਿਲਾਂ ਬਣਿਆ ਹੋਇਆ ਹੈ ਉਹਦੇ ਵਿੱਚੋਂ ਅਸੀਂ ਕਿਹੜੇ ਕਿਹੜੇ ਕਾਲਮ ਲੈਣੇ ਨੇ ਫਰੋਮ ਉਹ ਦੂਜੇ ਟੇਬਲ ਦਾ ਨਾਮ। ਮਤਲਬ ਆਹ ਟੇਬਲ ਪਹਿਲਾਂ ਬਣਿਆ ਹੋਏਗਾ ਓਲਡ ਹੈ, ਤੇ ਜਿਹੜਾ ਅਸੀਂ ਨਵਾਂ ਬਣਾਉਣਾ ਟੇਬਲ ਉਹ ਇੱਥੇ ਦੇਣਾ ਹੈ, ਇਹ ਨਿਊ ਹੈ। ਇਸ ਟੇਬਲ ਦੇ ਵਿੱਚੋਂ ਜਿਹੜਾ ਆਹ ਟੇਬਲ ਹੈ ਪਹਿਲਾਂ ਬਣਿਆ, ਇਹਦੇ ਵਿੱਚੋਂ ਆਹ ਕਾਲਮ ਜਿਹੜੇ ਨੇ ਉਹ ਸਿਲੈਕਟ ਹੋ ਜਾਣਗੇ, ਅਤੇ ਆਹ ਨਵਾਂ ਟੇਬਲ ਆ ਜਿਹੜਾ ਇਹ ਬਣ ਜਾਏਗਾ, ਉਹਦੇ 'ਚ ਆਹ ਕਾਲਮਾਂ ਦੇ ਵਿੱਚ ਇਹ ਡਾਟਾ ਪੈ ਜਾਏਗਾ। ਸੋ ਫੋਰ ਐਗਜ਼ਾਮਪਲ ਕ੍ਰੀਏਟ ਟੇਬਲ ਸਟੂਡੈਂਟਸ ਨਾਂ ਦਾ ਟੇਬਲ ਅਸੀਂ ਨਵਾਂ ਬਣਾ ਰਹੇ ਹਾਂ, ਕ੍ਰੀਏਟ ਟੇਬਲ ਸਟੂਡੈਂਟਸ। ਇਹਦੇ ਅੰਦਰ ਅਸੀਂ ਰੋਲ ਨੰਬਰ ਅਤੇ ਮਾਰਕਸ ਦੋ ਕਾਲਮ ਬਣਾ ਰਹੇ ਹਾਂ। ਐਜ਼ ਸਿਲੈਕਟ ਰੋਲ ਨੰਬਰ ਐਂਡ ਮਾਰਕਸ ਫਰੋਮ ਐਡਮਿਸ਼ਨ, ਤੇ ਐਡਮਿਸ਼ਨਸ ਟੇਬਲ ਦੇ ਜਿਹੜੇ ਰੋਲ ਨੰਬਰ ਦੇ ਮਾਰਕਸ ਨੇ ਉਹਨਾਂ ਨੂੰ ਅਸੀਂ ਕਾਪੀ ਕਰ ਰਹੇ ਹਾਂ ਇਸ ਨਵੇਂ ਸਟੂਡੈਂਟਸ ਨਾਂ ਦੇ ਟੇਬਲ ਦੇ ਵਿੱਚ, ਜਿਹਦੇ ਵਿੱਚ ਵੀ ਰੋਲ ਨੰਬਰ ਐਂਡ ਮਾਰਕਸ ਹੀ ਰਹਿਣਗੇ। ਉਹ ਤੁਸੀਂ ਇੱਥੇ ਨਾਮ ਬਦਲ ਸਕਦੇ ਹੋ ਕਾਲਮਸ ਦੇ, ਪਰ ਡਾਟਾ ਇਹਨਾਂ ਚੋਂ ਆਏਗਾ। ਜੇ ਇੱਥੇ ਦੋ ਸਿਲੈਕਟ ਕਰੇ ਨੇ ਤਾਂ ਇੱਧਰ ਵੀ ਦੋ ਹੀ ਰੱਖਣੇ ਨੇ, ਤਾਂ ਜੋ ਡਾਟਾ ਜਿਹੜਾ ਹੈ ਉਸੇ ਤਰ੍ਹਾਂ ਮੈਪ ਹੋ ਜਾਵੇ, ਪਹਿਲੇ ਕਾਲਮ ਦਾ ਪਹਿਲੇ 'ਚ, ਦੂਜੇ ਕਾਲਮ ਦਾ ਦੂਜੇ, ਜੇ ਤੁਸੀਂ ਨਾਮ ਬਦਲਨੇ ਵੀ ਨੇ। ਅਦਰਵਾਈਜ਼ ਤਾਂ ਸੇਮ ਹੀ ਰੱਖਣ ਦਾ ਮਤਲਬ ਹੁੰਦਾ, ਕਿਉਂਕਿ ਡਾਟਾ ਉਹੀ ਤਰ੍ਹਾਂ ਦਾ ਆ ਰਿਹਾ। ਸੋ ਇਹਦੇ ਨਾਲ ਕੀ ਹੈ, ਐਡਮਿਸ਼ਨਸ ਟੇਬਲ ਦੀ ਕਾਪੀ ਸਟੂਡੈਂਟਸ ਟੇਬਲ ਇੱਕ ਨਵਾਂ ਬਣ ਜਾਏਗਾ, ਉਹਦੇ 'ਚ ਹੋ ਜਾਏਗੀ। ਜਾਂ ਕ੍ਰੀਏਟ ਟੇਬਲ ਸਟੂਡੈਂਟਸ ਰੋਲ ਨੰਬਰ ਕੌਮਾ ਸਟੂਡੈਂਟ ਨੇਮ, ਮੰਨ ਲਓ ਆ ਦੋ ਰਹੇ ਨੇ, ਆ ਦੇਖੋ ਜਿਵੇਂ ਕਾਲਮ ਦਾ ਨਾਮ ਬਦਲਤਾ। ਐਜ਼ ਸਿਲੈਕਟ ਰੋਲ ਨੰਬਰ ਉਹੀ ਰੱਖ ਲਿਆ, ਐਸ ਨੇਮ ਦੀ ਜਗ੍ਹਾ ਇੱਥੇ STD ਨੇਮ ਕਰਤਾ, ਕੋਈ ਗੱਲ ਨਹੀਂ, ਐਸ ਨੇਮ ਦਾ ਡਾਟਾ STD ਨੇਮ 'ਚ ਕਾਪੀ ਹੋਇਆ। ਜਿਹੜਾ ਜਿਹੜਾ ਕਾਲਮ ਇੱਧਰ ਐਡਮਿਸ਼ਨਸ ਦੇ ਵਿੱਚ ਐਸ ਨੇਮ ਹੈ, ਉਹ ਸਟੂਡੈਂਟਸ ਦੇ ਵਿੱਚ ਆ ਕੇ STD ਨੇਮ ਬਣ ਜਾਏਗਾ। ਫਰੋਮ ਐਡਮਿਸ਼ਨਸ ਵੇਅਰ ਮਾਰਕਸ ਗ੍ਰੇਟਰ ਦੈਨ ਇਕੁਅਲ ਟੂ 300, ਨਾਲ ਕੰਡੀਸ਼ਨ ਵੀ ਦੇ ਦਿਓ। ਇਹਦੇ ਨਾਲ ਕੀ ਹੈ, ਇਕੱਲਾ 300 ਤੋਂ ਜ਼ਿਆਦਾ ਮਾਰਕਸ ਲੈਣ ਵਾਲੇ ਸਟੂਡੈਂਟਸ ਦਾ ਡਾਟਾ ਹੀ ਕਾਪੀ ਹੋਏਗਾ, ਬਾਕੀ ਰਹਿ ਜਾਣਗੇ। ਇੰਸਰਟਿੰਗ ਡਾਟਾ ਫਰੋਮ ਅਨਦਰ ਟੇਬਲ, insert into with select, inserting data from another table, ਦੂਜੇ ਟੇਬਲ ਚੋਂ ਇਨਸਰਟ ਕਰਨਾ ਡਾਟਾ। ਮਤਲਬ ਆਪਾਂ ਟਾਈਪ ਨਹੀਂ ਕਰਨਾ ਪਵੇ ਸਾਨੂੰ, ਅਸੀਂ ਕਿਸੇ ਬਣੇ ਬਣਾਏ ਟੇਬਲ ਕਿਸੇ ਹੋਰ ਚੋਂ ਡਾਟਾ ਕਰ ਲਈਏ। ਇਹਦੇ ਵਿੱਚ ਟੇਬਲ ਪਹਿਲਾਂ ਬਣਿਆ ਹੋਏਗਾ, ਦੋਨੇ ਟੇਬਲ ਪਹਿਲਾਂ ਹੀ ਬਣੇ ਹੋਣਗੇ, ਇੱਕ ਟੇਬਲ ਦਾ ਕੁਝ ਡਾਟਾ ਦੂਜੇ ਟੇਬਲ 'ਚ ਅਸੀਂ ਕਾਪੀ ਕਰਨਾ। insert into with select, insert into statement can be used with select statement to populate a table with data that already exists in another table, ਦੂਜੇ ਟੇਬਲ 'ਚੋਂ ਡਾਟਾ ਪਹਿਲਾਂ ਐਗਜ਼ਿਸਟ ਕਰ ਰਿਹਾ, ਅਸੀਂ ਉਹ 'ਚੋਂ ਸਿਲੈਕਟ ਕਰਕੇ ਇੱਕ ਹੋਰ ਟੇਬਲ ਹੈ ਜਿਹੜਾ ਉਹਦੇ ਵਿੱਚ ਉਸ ਨੂੰ ਲੈ ਕੇ ਜਾਣਾ। ਵੇਅਰ ਕਲੌਜ਼ ਕੈਨ ਬੀ ਯੂਜ਼ਡ ਵਿਦ ਸਿਲੈਕਟ ਟੂ ਫਿਲਟਰ ਰੋਜ਼, ਉਹ ਆਪਸ਼ਨਲ ਹੈ, ਜੇ ਤੁਸੀਂ ਫਿਲਟਰ ਕਰਨਾ ਚਾਹੁੰਦੇ ਹੋ ਤਾਂ ਵੇਅਰ ਕਲੌਜ਼ ਦੇ ਨਾਲ ਕੰਡੀਸ਼ਨ ਦੇ ਸਕਦੇ ਹੋ। ਇੰਸਰਟ ਇਨਟੂ ਟੇਬਲ ਦਾ ਨਾਮ ਜਿਹੜੇ ਟੇਬਲ 'ਚ ਇੰਸਰਟ ਕਰਨਾ ਹੈ, ਤੇ ਡਾਟਾ ਆਏਗਾ ਕਿੱਥੋਂ, ਸਿਲੈਕਟ ਆਹ ਵਾਲੇ ਕਾਲਮ ਫਰੋਮ ਆਹ ਟੇਬਲ ਵਿੱਚੋਂ, ਇਸ ਟੇਬਲ 'ਚੋਂ ਡਾਟਾ ਆਏਗਾ, ਇਸ ਟੇਬਲ 'ਚ ਡਾਟਾ ਜਾਏਗਾ। ਕਿਹੜੇ ਕਿਹੜੇ ਕਾਲਮਾਂ ਦਾ, ਸਿਰਫ ਆਹ ਦੋ ਕਾਲਮਾਂ, ਸਟਾਰ ਪਾ ਦੋਗੇ ਸਾਰਾ ਆ ਜਾਏਗਾ। ਇੰਸਰਟ ਇਨਟੂ ਸਟੂਡੈਂਟਸ ਨਾਂ ਦੇ ਟੇਬਲ 'ਚ ਇੰਸਰਟ ਹੋ ਜਾਵੇ। ਸਿਲੈਕਟ ਰੋਲ ਨੰਬਰ ਕੌਮਾ ਮਾਰਕਸ ਫਰੋਮ ਐਡਮਿਸ਼ਨਸ ਟੇਬਲ ਦੇ ਰੋਲ ਨੰਬਰ ਮਾਰਕਸ ਦਾ ਡਾਟਾ ਸਟੂਡੈਂਟਸ ਟੇਬਲ ਦੇ ਵਿੱਚ ਇੰਸਰਟ ਹੋ ਜਾਏਗਾ। ਔਰ ਇੰਸਰਟ ਇਨਟੂ ਸਟੂਡੈਂਟਸ ਸਿਲੈਕਟ ਰੋਲ ਨੰਬਰ ਕੌਮਾ ਮਾਰਕਸ ਫਰੋਮ ਐਡਮਿਸ਼ਨਸ, ਇੱਥੇ ਅਸੀਂ ਨਾਲ ਵੇਅਰ ਲਾਤਾ ਵੀ ਸਿਰਫ ਉਹਨਾਂ ਦਾ ਜਿਨ੍ਹਾਂ ਦੇ ਮਾਰਕਸ 300 ਤੋਂ ਜ਼ਿਆਦਾ ਨੇ ਜਾਂ ਬਰਾਬਰ ਨੇ। ਮੋਡੀਫਾਈਂਗ ਟੇਬਲ ਸਟਰਕਚਰ, ਕਈ ਵਾਰ ਅਸੀਂ ਟੇਬਲ ਬਣਾ ਲੈਂਦੇ ਹਾਂ ਕ੍ਰੀਏਟ ਟੇਬਲ ਸਟੇਟਮੈਂਟ ਨਾਲ, ਪਰ ਬਾਅਦ 'ਚ ਸਾਨੂੰ ਲੱਗਦਾ ਵੀ ਇਹ 'ਚ ਇੱਕ ਹੋਰ ਕਾਲਮ ਅਸੀਂ ਭੁੱਲ ਗਏ ਬਣਾਉਣਾ, ਉਹ ਚਾਹੀਦਾ ਸੀ, ਜਾਂ ਕੋਈ ਕਾਲਮ ਅਸੀਂ ਗਲਤ ਬਣਾ ਲਿਆ ਉਹਨੂੰ ਅਸੀਂ ਡਿਲੀਟ ਕਰਨਾ ਚਾਹੁੰਦੇ ਹਾਂ, ਤਾਂ ਇਸ ਤਰ੍ਹਾਂ, ਜਾਂ ਕਿਸੇ ਕਾਲਮ ਦਾ ਅਸੀਂ ਨਾਂ ਬਦਲਣਾ ਚਾਹੁੰਦੇ ਹਾਂ, ਉਹਦੀ ਡਾਟਾ ਟਾਈਪ ਬਦਲਣਾ ਚਾਹੁੰਦੇ ਹਾਂ। ਨਾਂ ਤਾਂ ਖੈਰ ਕੀ ਬਦਲਣਾ, ਉਹ ਤਾਂ ਡ੍ਰੌਪ ਹੀ ਕਰਕੇ ਡਿਲੀਟ ਕਰਕੇ ਦੁਬਾਰਾ ਐਡ ਕਰ ਲਓ, ਪਰ ਜੇ ਅਸੀਂ ਉਹਦੀ ਡਾਟਾ ਟਾਈਪ ਬਦਲਣੀ ਚਾਹੁੰਦੇ ਹਾਂ, ਮੰਨ ਲਓ ਉਹਦੀ ਡਾਟਾ ਟਾਈਪ 'ਚ ਉਹਦਾ ਸਾਈਜ਼ ਜਿਹੜਾ ਅਸੀਂ ਮੰਨ ਲਓ 10 ਰੱਖਿਆ ਸੀ 20 ਕਰਨਾ ਹੈ, ਵਧਾਉਣਾ ਹੈ ਸਾਈਜ਼, ਨਾਮ ਕੋਈ ਨਹੀਂ ਆ ਰਿਹਾ ਫਿੱਟ, ਤਾਂ ਉਹ ਇਹ ਚੀਜ਼ਾਂ ਆਲਟਰ ਟੇਬਲ ਸਟੇਟਮੈਂਟ ਦੀ ਮਦਦ ਦੇ ਨਾਲ ਕੀਤੀਆਂ ਜਾ ਸਕਦੀਆਂ ਨੇ। ਮਤਲਬ ਟੇਬਲ ਸਟਰਕਚਰ ਮੋਡੀਫਾਈ ਹੋਏਗਾ। alter tables command is used to change the structure of the table, ਟੇਬਲ ਦਾ ਸਟਰਕਚਰ ਬਦਲਣ ਦੇ ਲਈ ਇਹ ਕਮਾਂਡ ਯੂਜ਼ ਕੀਤੀ ਜਾਂਦੀ ਹੈ। ਇਟ ਕੈਨ ਬੀ ਯੂਜ਼ ਟੂ ਐਡ ਔਰ ਡਿਲੀਟ ਕਾਲਮਸ, ਕਾਲਮ ਐਡ ਕਰ ਸਕਦੇ ਹੋ, ਡਿਲੀਟ ਕਰ ਸਕਦੇ ਹੋ। ਕ੍ਰੀਏਟ ਔਰ ਡਿਸਟਰੋਏ ਇੰਡੈਕਸਿਸ ਆਪਾਂ ਕਿਸੇ ਕਾਲਮ ਤੇ ਇੰਡੈਕਸ ਤਿਆਰ ਕਰ ਸਕਦੇ ਹਾਂ, ਇੰਡੈਕਸਿੰਗ ਕਰਨ ਦੇ ਨਾਲ ਉਹਦੇ ਤੇ ਸਰਚਿੰਗ ਫਾਸਟ ਹੋ ਜਾਂਦੀ। ਚੇਂਜ ਦਾ ਡਾਟਾ ਟਾਈਪ ਬਦਲਣੀ ਹੋਵੇ ਜਾਂ ਸਾਈਜ਼ ਬਦਲਣਾ ਹੋਵੇ ਕਿਸੇ ਐਗਜ਼ਿਸਟਿੰਗ ਕਾਲਮ ਦਾ, ਤਾਂ ਉਹਦੇ ਲਈ ਆਪਾਂ ਇਸ ਨੂੰ ਯੂਜ਼ ਕਰਦੇ ਹਾਂ। ਇਹ ਸਾਰੇ ਮੈਂ ਦੱਸੇ ਨੇ ਇੱਥੇ। ਸਿੰਟੈਕਸ ਦੇਖੋ, ਟੂ ਐਡ ਨਿਊ ਕਾਲਮ, ਨਵਾਂ ਕਾਲਮ ਐਡ ਕਰਨਾ ਤਾਂ ਅਸੀਂ ਲਿਖਾਂਗੇ ਆਲਟਰ
ਟੇਬਲ ਦਾ ਨਾਮ, ਐਡ ਕਿਹੜਾ ਕਾਲਮ ਐਡ ਕਰਨਾ ਹੈ, ਉਹਦੀ ਡਾਟਾ ਟਾਈਪ ਤੇ ਸਾਈਜ਼ ਦੱਸੋ, ਕੌਮਾ ਹੋਰ ਕਿਹੜਾ ਕਾਲਮ, ਜਿੰਨੇ ਵੀ ਕਾਲਮ ਐਡ ਕਰਨੇ ਕੌਮਾ ਪਾ ਕੇ ਇਦਾਂ ਹੀ ਕਾਲਮ ਡਾਟਾ ਟਾਈਪ ਸਾਈਜ਼ ਦੱਸੀ ਜਾਓ ਤੇ ਪਿੱਛੇ ਸੈਮੀਕੋਲਨ ਉਵੇਂ ਲਗਾ ਦਿਓ। ਫॉर एग्जांपल ਆਲਟਰ ਟੇਬਲ ਐਡਮਿਸ਼ਨਸ ਨਾਂ ਦੇ ਟੇਬਲ 'ਚ ਐਡ ਕਰ ਰਹੇ ਹਾਂ ਅਸੀਂ ਸਿਟੀ ਵੈਰਕੈਟ ਟੂ 10 ਐਂਡ ਫੋਨ ਵੈਰਕੈਟ ਟੂ 15। ਇਹ ਦੋ ਕਾਲਮ ਅਸੀਂ ਨਵੇਂ ਐਡ ਕੀਤੇ ਨੇ ਐਡਮਿਸ਼ਨਸ ਦੇ ਵਿੱਚ, ਜੋ ਪਹਿਲਾਂ ਹੈ ਨਹੀਂ ਸੀ। ਉਸੇ ਤਰ੍ਹਾਂ ਜੇ ਕਾਲਮ ਡਿਲੀਟ ਕਰਨਾ ਹੋਵੇ ਤਾਂ ਆਲਟਰ ਟੇਬਲ ਟੇਬਲ ਨੇਮ ਡ੍ਰੌਪ ਕਾਲਮ ਕਾਲਮ ਨੇਮ, ਡ੍ਰੌਪ ਕਾਲਮ ਲਿਖਣਾ ਹੈ, ਨਾਲ ਕਿਹੜਾ ਕਾਲਮ ਡ੍ਰੌਪ ਕਰਨਾ ਉਹ ਡਿਲੀਟ ਹੋ ਜਾਏਗਾ। फॉर एग्जाम्पल अल्टर टेबल एडमिशंस ड्रॉप कॉलम मार्क्स, मार्क्स कॉलम डिलीट हो जाएगा। सेम उसी तरह मॉडिफाई करना है, मान लो मॉडिफाई कर ਲਈ अल्टर टेबल टेबल नेम मॉडिफाई वर्ड लिख के पैरेंथीसिस ਦੇ ਅੰਦਰ ਤੁਸੀਂ ਦੱਸਣਾ ਕਿਹੜੀ ਚੀਜ਼ ਬਦਲਣੀ ਹੈ, ਕਾਲਮ ਦਾ ਨਾਮ, ਡਾਟਾ ਟਾਈਪ ਤੇ ਸਾਈਜ਼ ਦੇ ਦਿਓ। ਫॉर एग्जाम्पल अल्टर टेबल एडमिशंस मॉडिफाई सिटी वैरकर टू 20। मैं सिटी पहला 10 रखा सी साइज, ਹੁਣ ਅਸੀਂ 20 ਕਰਤਾ, ਮਤਲਬ ਉਹਦਾ ਸਾਈਜ਼ ਜਿਹੜਾ ਬਦਲ ਗਿਆ। ਇਸ ਤਰ੍ਹਾਂ ਅਲਟਰ ਟੇਬਲ ਕਮਾਂਡ ਬੜੇ ਕੰਮ ਆਉਂਦੀ ਹੈ। ਕਈ ਵਾਰ ਟੇਬਲ ਪਹਿਲਾਂ ਬਣਾਇਆ ਹੁੰਦਾ, ਅਸੀਂ ਉਹਦੇ 'ਚ ਮੋਡੀਫਿਕੇਸ਼ਨਸ ਕਰਨੀਆਂ ਚਾਹੁੰਦੇ ਹਾਂ ਉਹਦੇ ਸਟਰਕਚਰ ਦੇ ਵਿੱਚ, ਰਿਕਾਰਡ ਦੀ ਗੱਲ ਨਹੀਂ ਹੋ ਰਹੀ, ਸਟਰਕਚਰ ਮੋਡੀਫਿਕੇਸ਼ਨ, ਕਾਲਮ ਦਾ ਨਾਮ ਬਦਲਣਾ ਹੈ, ਸੌਰੀ ਮੈਂ ਫਿਰ ਕਹਿ ਗਿਆ ਕਾਲਮ ਦਾ ਨਾਮ ਨਹੀਂ ਬਦਲਣਾ, ਕਾਲਮ ਦੇ ਨਾਮ ਬਦਲਣ ਦਾ ਤਾਂ ਇੱਕੋ ਤਰੀਕਾ, ਕਾਲਮ ਨੂੰ ਡ੍ਰੌਪ ਕਰ ਦਿਓ ਤੇ ਇੱਕ ਨਵਾਂ ਕਾਲਮ ਐਡ ਕਰ ਲਓ। ਤੁਸੀਂ ਕਾਲਮ ਐਡ ਕਰਨਾ ਹੈ ਜਾਂ ਕਿਸੇ ਕਾਲਮ ਨੂੰ ਡਿਲੀਟ ਕਰਨਾ ਹੈ ਜਾਂ ਕਿਸੇ ਕਾਲਮ ਦੀ ਸਾਈਜ਼ ਜਾਂ ਉਹਦਾ ਡਾਟਾ ਟਾਈਪ ਬਦਲਣੀ ਹੈ ਤਾਂ ਤੁਸੀਂ ਅਲਟਰ ਟੇਬਲ ਕਮਾਂਡ ਦੇ ਨਾਲ ਬਦਲ ਸਕਦੇ। ਰੀਨੇਮਿੰਗ ਟੇਬਲ, ਟੇਬਲ ਦਾ ਨਾਮ ਬਦਲਣਾ ਹੋਵੇ, ਰੀਨੇਮਿੰਗ ए ਟੇਬਲ ਰੀਨੇਮ ਕਰਨਾ ਹੋਵੇ ਉਸ ਦੇ ਲਈ ਰੀਨੇਮ ਕਮਾਂਡ ਇਜ਼ ਯੂਜ਼ਡ ਟੂ ਚੇਂਜ ਦਾ ਨੇਮ ਆਫ ਦਾ ਟੇਬਲ। ਫॉर एग्जांपल ਰੀਨੇਮ ਟੇਬਲ ਨੇਮ ਟੂ ਨਿਊ ਟੇਬਲ ਨੇਮ, ਰੀਨੇਮ ਐਡਮਿਸ਼ਨਸ ਟੂ ADM ਰਿਕਾਰਡਸ, ਇਹਦੇ ਨਾਲ ਐਡਮਿਸ਼ਨਸ ਟੇਬਲ ਦਾ ਨਾਮ ਬਦਲ ਕੇ ADM ਰਿਕਾਰਡਸ ਹੋ ਜਾਏਗਾ। ਟਰੰਕੇਟਿੰਗ ਟੇਬਲ, ਟਰੰਕੇਟਿੰਗ ਦਾ ਮਤਲਬ ਹੁੰਦਾ ਹੈ ਜਿਹੜੇ ਉਹਦੇ ਰਿਕਾਰਡਸ ਨੇ ਸਾਰੇ ਡਿਲੀਟ ਕਰ ਦੇਣੇ। ਟਰੰਕੇਟ ਟੇਬਲ ਕਮਾਂਡ ਐਮਪਟੀਜ਼ ਏ ਟੇਬਲ, ਟੇਬਲ ਨੂੰ ਖਾਲੀ ਕਰ ਦਿੰਦੀ ਹੈ ਕੰਪਲੀਟਲੀ। ਲੌਜੀਕਲੀ ਦਿਸ ਇਜ਼ ਇਕੁਅਲ ਟੂ ਡਿਲੀਟ ਸਟੇਟਮੈਂਟ ਦੈਟ ਡਿਲੀਟਸ ਆਰ ਰੋਜ਼, ਜਿਵੇਂ ਆਪਾਂ ਡਿਲੀਟ ਸਟੇਟਮੈਂਟ ਪਹਿਲਾਂ ਪੜ੍ਹੀ ਆ ਵੀ ਉਹਦੇ ਨਾਲ ਰਿਕਾਰਡ ਡਿਲੀਟ ਕਰ ਸਕਦੇ ਹਾਂ ਬਿਨਾਂ ਜੇ ਆਪਸ਼ਨ ਆਪਾਂ ਉਹਦੇ 'ਚ ਨਹੀਂ ਦਿੰਦੇ ਵੇਅਰ ਕਲੌਜ਼ ਤਾਂ ਸਾਰੇ ਰਿਕਾਰਡ ਡਿਲੀਟ ਹੋ ਜਾਂਦੇ ਨੇ। ਤਾਂ ਟਰੰਕੇਟ ਟੇਬਲ ਵੀ ਸਾਰੇ ਰਿਕਾਰਡ ਡਿਲੀਟ ਕਰਦੀ ਹੈ। ਲੌਜੀਕਲੀ ਤਾਂ ਇਹ ਉਹਦੇ ਵਰਗੀ ਹੈ ਪਰ ਇਹਦਾ ਕੰਮ ਕਰਨ ਦਾ ਫਰਕ ਹੈ। ਬਟ ਟਰੰਕੇਟ ਜਿਹੜੀ ਆਪਰੇਸ਼ਨਸ ਨੇ ਇਹ ਡ੍ਰੌਪ ਐਂਡ ਰੀਕ੍ਰੀਏਟ ਦਾ ਟੇਬਲ, ਟਰੰਕੇਟ ਕਮਾਂਡ ਕੀ ਕਰਦੀ ਹੈ, ਉਸ ਟੇਬਲ ਨੂੰ ਡਿਲੀਟ ਕਰਕੇ ਟੋਟਲੀ ਦੁਬਾਰਾ ਬਣਾ ਦਿੰਦੀ ਹੈ। ਇਹਦੇ ਨਾਲ ਕੰਮ ਜਲਦੀ ਹੁੰਦਾ, ਵਿਚ ਇਜ਼ ਮਚ ਫਾਸਟਰ ਦੈਨ ਡਿਲੀਟਿੰਗ ਰੂਲਸ। ਜੇ ਮੰਨ ਲਓ ਲੱਖਾਂ ਰਿਕਾਰਡ ਨੇ ਤੇ ਡਿਲੀਟ ਸਟੇਟਮੈਂਟ ਲਾਵਾਂਗੇ ਤਾਂ ਟਾਈਮ ਲਾਏਗੀ, ਟਰੰਕੇਟ ਸਟੇਟਮੈਂਟ ਜਲਦੀ ਕਰ ਦੇਗੀ। ਆਲਸੋ ਡਿਲੀਟ ਆਪਰੇਸ਼ਨ ਰਿਟਰਨ ਰੋਜ਼ ਆਫ ਰਿਟਰਨਸ ਨੰਬਰ ਆਫ ਰੋਜ਼ ਡਿਲੀਟਡ, ਜਦੋਂ ਡਿਲੀਟ ਆਪਰੇਸ਼ਨ ਯੂਜ਼ ਕਰਾਂਗੇ ਤਾਂ ਉਹ ਦੱਸੇਗਾ ਕਿੰਨੇ ਰਿਕਾਰਡ ਡਿਲੀਟ ਹੋਏ ਨੇ, ਪਰ ਟਰੰਕੇਟ ਆਪਰੇਸ਼ਨ ਹੈ ਜਿਹੜਾ ਇਹ ਨਹੀਂ ਦੱਸਦਾ ਕਿਉਂਕਿ ਉਹਨੇ ਤਾਂ ਪੂਰਾ ਟੇਬਲ ਹੀ ਡਿਲੀਟ ਕਰਕੇ ਦੁਬਾਰੇ ਬਣਾ ਦੇਣਾ ਖਾਲੀ। ਇਸ ਕਰਕੇ ਬਹੁਤ ਸਿੰਪਲ ਹੈ, ਟਰੰਕੇਟ ਟੇਬਲ, ਟੇਬਲ ਦਾ ਨਾਮ ਦੇ ਦਿਓ, ਜਿਵੇਂ ਟਰੰਕੇਟ ਟੇਬਲ ਐਡਮਿਸ਼ਨਸ, ਇਹਦੇ ਨਾਲ ਐਡਮਿਸ਼ਨਸ ਟੇਬਲ ਦੀਆਂ ਸਾਰੇ ਰਿਕਾਰਡਸ ਜਿਹੜੇ ਨੇ ਉਹ ਡਿਲੀਟ ਹੋ ਜਾਣਗੇ, ਮਤਲਬ ਉਹ ਟੇਬਲ ਡਿਲੀਟ ਹੋ ਕੇ ਦੁਬਾਰਾ ਬਣਾ ਦੇਗਾ ਇਹ ਖਾਲੀ। ਡਿਸਪਲੇਇੰਗ ਟੇਬਲ ਸਟਰਕਚਰ, ਕਈ ਵਾਰ ਅਸੀਂ ਦੇਖਣਾ ਹੁੰਦਾ ਮੈਂ ਕਿਹੜੇ ਕਾਲਮ ਦਾ ਕਿੰਨਾ ਸਾਈਜ਼ ਦਿੱਤਾ ਹੋਇਆ ਜਾਂ ਉਹਦੀ ਡਾਟਾ ਟਾਈਪ ਕੀ ਹੈ, ਤਾਂ ਉਹਦੇ ਲਈ ਡਿਸਕ੍ਰਾਈਬ ਨਾਂ ਦੀ ਸਟੇਟਮੈਂਟ ਵਰਤੀ ਜਾਂਦੀ ਹੈ ਟੇਬਲ ਸਟਰਕਚਰ ਦੇਖਣ ਲਈ। To view the information about the structure of a table, describe statement is used. It displays the column names, data types and size of the columns. For example, ਸਾਡੇ ਕੋਲ ਹੈ describe admissions, ਮਤਲਬ ਅਸੀਂ describe ਲਿਖ ਕੇ ਟੇਬਲ ਦਾ ਨਾਮ ਦੇ ਦੇਣਾ, ਉਹਦਾ ਡਿਟੇਲ ਆ ਜਾਏਗੀ ਕਿ ਉਹਦੇ ਅੰਦਰ ਕਿਹੜੇ ਕਿਹੜੇ ਕਾਲਮ ਨੇ, ਉਹਨਾਂ ਦੇ ਸਾਈਜ਼ ਕੀ ਨੇ, ਉਹਨਾਂ ਦੀ ਡਾਟਾ ਟਾਈਪਸ ਕੀ ਨੇ। ਤੁਸੀਂ ਇਸ ਵੇਲੇ ਕਿੰਨੇ ਟੇਬਲ ਬਣਾਏ ਨੇ, ਤੁਸੀਂ ਆਪਣੇ ਟੇਬਲ ਦੇਖਣਾ ਚਾਹੁੰਦੇ ਹੋ, ਟੇਬਲ ਸਪੇਸ ਉਹਨੂੰ ਕਹਿੰਦੇ ਨੇ ਜਿੱਥੇ ਤੁਸੀਂ ਇੱਕ ਵਾਰ ਲੌਗਇਨ ਕਰ ਲਿਆ, ਇੱਕ ਯੂਜ਼ਰ ਮਿਲੇਗਾ ਤੁਹਾਨੂੰ, ਪਾਸਵਰਡ ਮਿਲੇਗਾ, ਯੂਜ਼ਰ ਨੇਮ ਪਾਸਵਰਡ, ਉਸ ਯੂਜ਼ਰ ਨੇਮ ਦੇ ਉੱਤੇ ਜੋ ਵੀ ਤੁਹਾਨੂੰ ਮਿਲੇਗਾ ਸਪੇਸ ਉਹਨੂੰ ਟੇਬਲ ਸਪੇਸ ਕਿਹਾ ਜਾਂਦਾ। ਕਰੰਟ ਟੇਬਲ ਸਪੇਸ ਤੁਹਾਡੀ ਹੋਏਗੀ। ਉਸ ਕਰੰਟ ਟੇਬਲ ਸਪੇਸ ਦੇ ਅੰਦਰ ਜਿੰਨੇ ਵੀ ਟੇਬਲ ਤੁਸੀਂ ਬਣਾਓਗੇ 2 4 10 15 ਉਹਨਾਂ ਦੀ ਲਿਸਟ ਦੇਖਣੀ ਹੋਵੇ ਤਾਂ ਇਹ ਸਟੇਟਮੈਂਟ ਲੱਗਦੀ ਹੈ ਸਿਲੈਕਟ ਸਟਾਰ ਫਰੋਮ ਟੈਬ, ਟੈਬ ਮਤਲਬ ਟੇਬਲ ਸਪੇਸ, ਉਹਦੇ ਵਿੱਚ ਜਿੰਨੇ ਵੀ ਟੇਬਲਸ ਹੋਣਗੇ ਸਾਰਿਆਂ ਦੀ ਲਿਸਟ ਤੁਹਾਨੂੰ ਦਿਖਾ ਦੇਗਾ। ਸੋ ਇਹ ਸੀ ਓਰੇਕਲ
ਦੀ ਇੰਟਰੋਡਕਸ਼ਨ ਦੇ ਨਾਲ ਔਰੇਕਲ ਦੇ ਵਿੱਚ ਕਿਹੜੀਆਂ-ਕਿਹੜੀਆਂ ਸਟੇਟਮੈਂਟਸ ਨੇ। ਇਹਦੇ 'ਚ DDL ਤੇ DML ਦੋਨੇ ਤਰ੍ਹਾਂ ਦੀਆਂ ਆ ਗਈਆਂ। ਇਹਦੇ 'ਚ DCL ਕੋਈ ਨਹੀਂ ਦੱਸੀ ਮੈਂ। DCL ਡਾਟਾ ਕੰਟਰੋਲ ਲੈਂਗੁਏਜ ਕਮਾਂਡਸ ਹੁੰਦੀਆਂ ਨੇ ਜਿਹੜੀਆਂ ਪਰਮਿਸ਼ਨਸ ਵਗੈਰਾ ਸੈੱਟ ਕਰਦੀਆਂ ਨੇ, ਡਾਟਾਬੇਸ ਐਡਮਿਨਿਸਟ੍ਰੇਟਰ ਯੂਜ਼ ਕਰਦਾ। ਪਰ ਬੇਸਿਕਲੀ DDL ਤੇ DML ਇਹ 'ਚ ਡਿਸਕਸ ਕੀਤੀਆਂ ਗਈਆਂ ਨੇ। DDL ਦਾ ਮਤਲਬ ਨੇ ਦੇ ਵਿੱਚ ਆ ਜਾਂਦੀਆਂ ਨੇ ਸਾਡੇ ਕੋਲੇ ਕ੍ਰੀਏਟ ਟੇਬਲ, ਡ੍ਰੌਪ ਟੇਬਲ, ਆਲਟਰ ਟੇਬਲ। ਇਹ ਤਿੰਨੋਂ ਸਟੇਟਮੈਂਟ DDL ਸਟੇਟਮੈਂਟ ਨੇ ਕਿਉਂਕਿ ਇਹ ਸਟਰਕਚਰ ਬਣਾਉਂਦੀਆਂ ਨੇ ਟੇਬਲ ਦਾ। ਤੇ DML 'ਚ ਬਾਕੀ ਆ ਜਾਂਦੀਆਂ ਨੇ ਜਿਵੇਂ ਸਿਲੈਕਟ, ਇਨਸਰਟ, ਡਿਲੀਟ, ਅਪਡੇਟ। ਇਹ ਜਿਹੜੀਆਂ ਸਟੇਟਮੈਂਟਸ ਨੇ DML ਸਟੇਟਮੈਂਟਸ। ਸੋ ਇਹ ਸੀ ਕੁਝ SQL ਕਮਾਂਡਸ ਜਿਹੜੀਆਂ ਫ੍ਰੀਕੁਐਂਟਲੀ ਯੂਜ਼ ਹੁੰਦੀਆਂ ਨੇ